सदवार जिन मानस ते देवते किए करत ना लागी वार जे सौ चंदा उगवह सूरज चढ़ै हजार इते चानण होंदियां गुर बिन घोर अंधार आवहो सिख सतगुरु के प्यारे हो गावहो सच्ची बाणी बाणी तां गावहो गुरु केरी बाणियां सिर बाणी बाणी गुरु गुरु है बाणी विच बाणी अमृत सारे गुरबाणी कह सेवक जान मान परतख गुरु निस्तारे कोई गावे को सुने कोई करे विचार को उपदेश को दृढ़ तिसका होए उदार अमृत बाणी हर हर तेरी सुन सुन होवे परम गत मेरी जलन बुझी शीतल होए मनुआ सतगुर का दर्शन पाए जियो तेरे कवन कवन गुण कह कह गावा तू साहिब गुणी निदाना तुमरे महिमा वर्ण ना सकां तू ठाकुर ऊच भगवाना बेशुमार अथः अगानत अतुल ज्यों बुलावो त्यों नानक दास बुलै बेशुमार अथः अगानत अतुल ज्यों बुलावहो त्यों नानक दास बुलै। परम सन्मानयोग गुरु खालसा सत संगत जीओ, प्यार सत्कार सहित सतगुरु की फतेह बुलाओ। वाहिगुरु जी का खालसा, वाहिगुरु जी की फतेह। आप संगतां जुगो जुग अटल सतगुरु चबर तख्त छतर दे मालक
ਦਸੋ ਪਾਤਸ਼ਾਹੀਆਂ ਦੀ ਪਵਿੱਤਰ ਜੋਤ, ਜਹਰਾ ਜਹੂਰ ਹਾਜ਼ਰਾ ਹਜੂਰ ਸਤਿਗੁਰੂ, ਰਾਜਾਨ ਰਾਜ ਪਾਨ ਆਨ ਪਾਨ, ਦੇਵਾਨ ਦੇਵ ਉਪਮਾ ਮਹਾਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਗੁਰਗੱਦੀ ਪੁਰਬ ਮਨਾ ਰਹੇ ਹੋ। ਗੁਰੂ ਘਰ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਫਰਮਾਇਆ ਹੈ, ਕੁਰਬਾਨੀ ਤਿੰਨਾਂ ਗੁਰਸਿੱਖਾਂ ਪਾਏ ਭਗਤ ਗੁਰਪੁਰਬ ਕਰੰਦੇ। ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਨਾ ਹਾਂ ਜਿਹੜੇ ਭਾਉ ਭਗਤੀ ਪ੍ਰੇਮਾ ਭਗਤੀ ਨੂੰ ਮਨ ਵਿੱਚ ਧਾਰਨ ਕਰਕੇ ਕੀਰਤਨ ਕਥਾ ਦੁਆਰਾ ਗੁਰੂ ਦੀ ਸਿਫਤ ਸਲਾਹ ਕਰਦੇ ਹਨ। ਗੁਰੂਆਂ ਦੇ ਇਤਿਹਾਸਕ ਦਿਹਾੜੇ ਮਨਾਉਂਦੇ ਹਨ। ਜਦੋਂ ਆਪਾਂ ਉਹ ਇਤਿਹਾਸ ਪੜ੍ਹਦੇ ਹਾਂ, ਕਲੀਆਂ ਵਾਲੇ ਪਾਤਸ਼ਾਹ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਜਦੋਂ ਅਬਚਲ ਨਗਰ ਸੱਚਖੰਡ ਸ੍ਰੀ ਹਜੂਰ ਸਾਹਿਬ ਨੰਦੇੜ ਦੀ ਧਰਤੀ ਤੇ ਪਹੁੰਚੇ ਹਨ, ਉਸ ਵੇਲੇ ਕਲੀਆਂ ਵਾਲੇ ਪਾਤਸ਼ਾਹ ਨੇ ਇਹ ਜਾਣ ਕੇ ਹੁਣ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆ ਰਿਹਾ ਹੈ, ਸਮੁੱਚੇ ਖਾਲਸਾ ਪੰਥ ਨੂੰ ਆਪਣੇ ਪਾਸ ਬੁਲਾਇਆ। ਹੋਰ ਵੀ ਗੁਰਸਿੱਖ ਸੰਗਤਾਂ ਸਤਿਗੁਰੂ ਦੇ ਪਾਸ ਪਹੁੰਚੀਆਂ ਨੇ। ਦਰਬਾਰ ਸਜਿਆ ਹੋਇਆ ਹੈ। ਉਸ ਵੇਲੇ ਚੋਜੀ ਪਾਤਸ਼ਾਹ ਨੇ ਸਾਰਿਆਂ ਨੂੰ ਮੁਖਾਤਬ ਹੁੰਦਿਆਂ ਹੋਇਆਂ ਇਹ ਗੱਲ ਆਖੀ, ਖਾਲਸਾ ਜੀ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀਐ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇੱਕ ਨਿਯਮ ਬਣਾਇਆ ਹੈ, ਜੋ ਆਇਆ ਹੈ ਉਹਨੂੰ ਜਾਣਾ ਪੈਂਦਾ ਹੈ। ਕਿਆ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਏ, ਜੇ ਕਰ ਸਾਹੇ ਮਨਹੁ ਨਾ ਵਿਸਰੈ, ਤਾਂ ਸਹਿਲਾ ਮਰਨਾ ਹੋਏ। ਪਰ ਸਾਡੇ ਮਨ ਦੇ ਵਿੱਚ ਖਿਆਲ ਆਇਆ, ਹੁਣ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਾਸ ਜਾਣਾ ਹੈ। ਖਾਲਸੇ ਪੰਥ ਨਾਲ, ਕਿਉਂਕਿ ਖਾਲਸਾ ਸਾਡਾ ਨਾਦੀ ਪੁੱਤਰ ਹੈ ਤੇ ਨਾਲ ਅਮਰ ਪੁੱਤਰ ਹੈ। ਨਾਦੀ ਪੁੱਤਰ ਉਸ ਨੂੰ ਆਖਦੇ ਨੇ ਜਿਹੜਾ ਗੁਰੂ ਦੀਖਿਆ ਗੁਰੂ ਉਪਦੇਸ਼ ਨੂੰ ਲੈ ਕੇ ਗੁਰੂ ਦਾ ਪੁੱਤਰ ਬਣਿਆ ਹੋਵੇ। ਅਮਰ ਪੁੱਤਰ ਹੋਣ ਦਾ ਸਤਿਗੁਰੂ ਨੇ ਵਰਦਾਨ ਬਖਸ਼ਿਆ ਹੈ। ਹਾਜ਼ੂਰ ਕਹਿਣ ਲੱਗੇ, ਖਾਲਸਾ ਮੇਰਾ ਨਾਦੀ ਪੁੱਤਰ ਹੈ, ਅਮਰ ਪੁੱਤਰ ਹੈ। ਹੁਣ ਮੈਂ ਆਪ ਜੀ ਨੂੰ ਗੁਜ਼ਾਰਿਸ਼ ਕਰਦਾ ਹਾਂ, ਕਿਸੇ ਵੀ ਸਿੰਘ ਦੇ ਮਨ ਦੇ ਵਿੱਚ ਕੋਈ ਵੀ ਖਿਆਲ ਹੋਵੇ, ਕੋਈ ਬਚਨ ਕਰਨਾ ਹੋਵੇ, ਉਹ ਤੁਸੀਂ ਕਰ ਸਕਦੇ ਹੋ। ਜਦੋਂ ਇਹ ਬਚਨ ਸੰਗਤਾਂ ਨੇ ਸਰਵਣ ਕੀਤੇ, ਇੱਕਦਮ ਹੈਰਾਨ ਹੋ ਗਈਆਂ।
ਮਨ ਵਿੱਚ ਵੈਰਾਗ ਪੈਦਾ ਹੋਇਆ। ਉਸ ਵੇਲੇ ਕੁਝ ਸਿੰਘਾਂ ਨੇ ਹਿੰਮਤ ਕੀਤੀ। ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਸੰਗਤ ਕੋ ਲੜਕਾਉਣ ਕੇ ਲਾ ਚੱਲੇ ਗੁਸਾਈ। ਸ਼੍ਰੀ ਗੁਰਪੰਥ ਪ੍ਰਕਾਸ਼। ਸੰਗਤ ਕੋ ਲੜਕਾਉਣ ਕੇ ਲਾ ਚੱਲੇ ਗੁਸਾਈ। ਇਹ ਦੀਨ ਦੁਨੀਆ ਦੇ ਪਾਤਸ਼ਾਹ ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਾਹਨ ਸ਼ਾਹ ਗੁਰੂ ਗੋਬਿੰਦ ਸਿੰਘ, ਆ ਜੋ ਗੁਰਸਿੱਖ ਸੰਗਤਾਂ ਨੇ ਆਪ ਜੀ ਦਾ ਨਾਦੀ ਪੁੱਤਰ ਖਾਲਸਾ ਹੈ, ਤੁਸੀਂ ਇਹਨੂੰ ਕਿਹਦੇ ਲੜ ਲਾ ਕੇ ਜਾ ਰਹੇ ਹੋ? ਜਦੋਂ ਅਸੀਂ ਪਹਿਲਾਂ ਇਤਿਹਾਸ ਵੱਲ ਨਜ਼ਰ ਮਾਰ ਕੇ ਦੇਖਦੇ ਹਾਂ, ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰੂ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਹੋਏ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਸੇਵਕ ਭਾਈ ਲਹਿਣੇ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਸਿੱਖਾਂ ਪੁੱਤਰਾਂ ਕੋਖ ਕੈ ਸਭ ਉਮਤ ਵੇਖੈ ਜੇ ਕਿਉਣ, ਜਾਂ ਸਦੋਸ ਤਾਂ ਲਹਿਣਾ ਟਿਕਿਉਣ। ਫਿਰ ਗੁਰੂ ਅੰਗਦ ਦੇਵ ਮਹਾਰਾਜ ਨੇ ਆਪਣੇ ਸਰੀਰ ਵਿੱਚ ਮੌਜੂਦ ਹੁੰਦਿਆਂ ਆਪਣੇ ਉੱਤਰਾਧਿਕਾਰੀ ਆਪਣੇ ਜਾਨਸ਼ੀਨ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ, ਉਹਨਾਂ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ। ਅੱਗੇ ਤੋਂ ਅੱਗੇ ਸਿਲਸਿਲਾ ਚੱਲਦਾ ਹੈ। ਹੁਣ ਆਪ ਜੀ ਸੱਚਖੰਡ ਪਿਆਨਾ ਕਰਨ ਜਾ ਰਹੇ ਹੋ, ਕਿਰਪਾ ਕਰੋ ਇਹ ਸਵਾਲ ਦਾ ਜਵਾਬ ਦਿਓ। ਸੰਗਤ ਕੋ ਲੜਕਾਉਣ ਕੇ ਲਾ ਚੱਲੇ ਗੁਸਾਈ। ਇਹ ਦੀਨ ਦੁਨੀਆ ਦੇ ਪਾਤਸ਼ਾਹ ਦੋ ਜਹਾਨ ਵਾਲੇ, ਤੁਸੀਂ ਇਹਨਾਂ ਸੰਗਤਾਂ ਨੂੰ ਕਿਸ ਦੇ ਲੜ ਲਾ ਕੇ ਜਾ ਰਹੇ ਹੋ? ਇਹ ਸਵਾਲ ਸੁਣ ਕੇ ਕਲੀਆਂ ਵਾਲੇ ਪਾਤਸ਼ਾਹ ਬਹੁਤ ਪ੍ਰਸੰਨ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜੇ ਸਿੰਘਾਂ ਨੇ ਸਵਾਲ ਕੀਤਾ, ਉਹਨਾਂ ਨੂੰ ਸ਼ਾਬਾਸ਼ ਆਖਿਆ। ਧੰਨ ਹੋ ਖਾਲਸਾ ਜੀ, ਜਿਨ੍ਹਾਂ ਨੇ ਐਨ ਮੌਕੇ ਤੇ ਢੁਕਵਾਂ ਸਵਾਲ ਕੀਤਾ ਹੈ। ਗਰੀਬਨ ਵਾਜ ਸਤਿਗੁਰੂ ਜੀ ਕਹਿਣ ਲੱਗੇ, ਖਾਲਸਾ ਜੀ ਇਹ ਕਿਵੇਂ ਹੋ ਸਕਦਾ ਹੈ? ਅਸੀਂ ਆਪਣੇ ਨਾਦੀ ਪੁੱਤਰ ਨੂੰ ਲਾਵਾਰਿਸ ਛੱਡ ਕੇ ਚਲੇ ਜਾਈਏ, ਯਤੀਮ ਬਣਾ ਕੇ ਚਲੇ ਜਾਈਏ, ਉਹਨੂੰ ਬੇਸਹਾਰਾ ਛੱਡ ਕੇ ਚਲੇ ਜਾਈਏ। ਅਸੀਂ ਇਹਦੇ ਬਾਰੇ ਪਹਿਲਾਂ ਹੀ ਫੈਸਲਾ ਕੀਤਾ ਹੋਇਆ। ਤੁਸੀਂ ਸਵਾਲ ਕੀਤਾ, ਸੰਗਤ ਕੋ ਲੜਕਾਉਣ ਕੇ ਲਾ ਚੱਲੇ ਗੁਸਾਈ। ਤੁਸੀਂ ਸੰਗਤਾਂ ਨੂੰ ਕਿਹਦੇ ਲੜ ਲਾ ਕੇ ਜਾ ਰਹੇ ਹੋ? ਲੋ ਇਹਦਾ ਜਵਾਬ ਸੁਣੋ। ਏਮ ਸੁਣ ਤਬ ਸਤਿਗੁਰੂ ਜੀ ਕਰ ਦਇਆ ਉਚਾਰਾ। ਖਾਲਸੇ ਦਾ ਸਵਾਲ ਸੁਣ ਕੇ, ਪ੍ਰਸ਼ਨ ਸੁਣ ਕੇ ਚੋਜੀ ਪਾਤਸ਼ਾਹ ਨੇ ਅੱਗੋਂ ਜਵਾਬ ਦਿੱਤਾ। ਏਮ ਸੁਣ तब सतगुरु जी कर दया उचारा, अब हम सो गुर थप हैं जो सब सह पारा। ये धन धन श्री गुरु ग्रंथ साहिब जी की तारीफ सी। हजूर कहन लगे, खालसा जी हुण जिहड़ा गुरु गुरता दे तखत ते सुभाईमान होवेगा, वो सारियां तो ही भारी गुरु, भारी अजमत वाला, भारी भगती शक्ति का मालक, ब्रह्म ज्ञान का मालक होवेगा। एम सुन तब सतगुरु जी कर दया उचारा, अब हम सो गुर थप हैं जो सब सह भारा। ओदी तारीफ की होवेगी? अजर अमर अखंड रहे, एक साम सब पावे।
ਭੇਦ ਪਖ ਬਿਨ ਸਭੀ ਕੋ ਉਪਦੇਸ਼ ਦ੍ਰਿੜਾਵੈ। ਇਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਰੀਫ ਕੀਤੀ। ਉਹ ਕੈਸਾ ਗੁਰੂ ਹੋਵੇਗਾ ਅਜਰ, ਉਸ ਉੱਤੇ ਕਦੀ ਬੁਢੇਪਾ ਨਹੀਂ ਆਵੇਗਾ। ਆ ਜੋ ਸਾਡਾ ਮਨੁੱਖੀ ਸਰੀਰ ਹੈ, ਇਹਦੇ ਉੱਤੇ ਤਿੰਨ ਅਵਸਥਾ ਆਉਂਦੀਆਂ ਨੇ। ਉਹ ਤਿੰਨ ਅਵਸਥਾ ਕਿਹੜੀਆਂ ਨੇ? ਬਾਲ, ਜਵਾਨੀ ਔਰ ਬਿਰਧਪਨ। तीन अवस्था जान, ਇਹਦਾ ਸਰੀਰ ਨਾਲ ਸੰਬੰਧ ਹੈ ਤਿੰਨ ਅਵਸਥਾ ਦਾ। ਬਾਲ, ਜਵਾਨੀ ਔਰ ਬਿਰਧਪਨ तीन ਅਵਸਥਾ ਜਾਨ। ਪਰ ਸਤਿਗੁਰੂ ਕਹਿਣ ਲੱਗੇ ਜਿਹੜਾ ਹੁਣ ਖਾਲਸੇ ਦਾ ਸਿੱਖਾਂ ਦਾ ਗੁਰੂ ਹੋਵੇਗਾ ਉਹਦੇ ਉੱਤੇ ਕਦੀ ਬੁਢੇਪਾ ਨਹੀਂ ਆਵੇਗਾ। ਅਜਰ, ਉਹ ਬੁਢੇਪੇ ਤੋਂ ਰਹਿਤ ਹੋਵੇਗਾ। ਦੂਸਰੀ ਗੱਲ ਕੀ ਆਖੀ? ਅਜਰ ਅਮਰ, ਉਹ ਗੁਰੂ ਅਮਰ ਮ੍ਰਿਤੂ ਤੋਂ ਵੀ ਰਹਿਤ ਹੋਵੇਗਾ। ਉਹਦੇ ਨੇੜੇ ਮੌਤ ਵੀ ਨਹੀਂ ਆ ਸਕਦੀ। ਇਹ ਸੁਣ ਕੇ ਸਿੰਘ ਹੈਰਾਨ ਹੋ ਰਹੇ ਸਨ ਵੀ ਇਹੋ ਜਿਹਾ ਗੁਰੂ ਕਿਹੜਾ ਹੋਵੇਗਾ ਜਿਹਦੇ ਉੱਤੇ ਕਦੀ ਬੁਢੇਪਾ ਨਹੀਂ ਆਵੇਗਾ, ਕਦੇ ਮੌਤ ਵੀ ਨਹੀਂ ਆਵੇਗੀ। ਤੇ ਨਾਲ ਹੀ ਸਤਿਗੁਰੂ ਕਹਿਣ ਲੱਗੇ ਅਖੰਡ ਰਹਿ ਇੱਕ ਰਸ ਖਾਲਸਾ ਪੰਥ ਦੀ, ਸਿੱਖ ਸੰਗਤਾਂ ਦੀ ਅਗਵਾਈ ਕਰਨ ਦੇ ਯੋਗ ਹੋਵੇਗਾ। ਅਖੰਡ ਤੋਂ ਭਾਵ ਹੁੰਦਾ ਲਗਾਤਾਰ। ਇੱਕ ਰਸ ਹਮੇਸ਼ਾ ਹਮੇਸ਼ਾ ਲਈ ਉਹ ਗੁਰਸਿੱਖਾਂ ਦੀ, ਖਾਲਸਾ ਪੰਥ ਦੀ ਅਗਵਾਈ ਕਰੇਗਾ। ਇੱਕ ਸੰਗ ਸਭ ਭਾਵੈ। ਚੌਥੀ ਖੂਬੀ ਉਹਦੇ ਵਿੱਚ ਇਹ ਹੋਵੇਗੀ ਉਹ ਇੱਕ ਸਮਾਨ, ਇੱਕ ਬਰਾਬਰ ਸਭ ਦੇ ਮਨ ਨੂੰ ਭਾਵੇਗਾ। ਇਹ ਜਿਹੜੀਆਂ ਸਾਰੀਆਂ ਗੱਲਾਂ ਆਖੀਆਂ ਜਾ ਰਹੀਆਂ ਨੇ, ਤਾਰੀਫ ਕੀਤੀ ਜਾ ਰਹੀ ਹੈ, ਗੁਰੂ ਮਹਿਮਾ, ਗੁਰੂ ਵਡਿਆਈ ਸੁਣ ਰਹੇ ਹੋ, ਇਹ ਕਿਸੇ ਦੇ ਧਾਰੂ ਤੇ ਲਾਗੂ ਨਹੀਂ ਹੋ ਸਕਦੀ ਗੱਲ। ਕਿਉਂ? ਸਰੀਰ ਤੇ ਬੁਢੇਪਾ ਵੀ ਆਉਂਦਾ, ਮੌਤ ਵੀ ਆਉਂਦੀ ਹੈ। ਸਰੀਰ ਲਗਾਤਾਰ ਅਗਵਾਈ ਨਹੀਂ ਕਰ ਸਕਦਾ ਤੇ ਨਾ ਹੀ ਇੱਕ ਬਰਾਬਰ ਸਭ ਦੇ ਮਨ ਨੂੰ ਪਾ ਸਕਦਾ। ਦੇਹ ਧਾਰੀ ਦੇ ਵਿੱਚ ਇਹ ਗੱਲਾਂ ਨਹੀਂ ਟੁੱਕ ਸਕਦੀਆਂ। ਤੇ ਫਿਰ ਪੰਜਵੀਂ ਉਹਦੀ ਤਾਰੀਫ ਇਹ ਹੋਵੇਗੀ ਭੇਦ ਪਖ ਬਿਨ ਸਭੀ ਕੋ ਉਪਦੇਸ਼ ਦ੍ਰਿੜਾਵੇ। ਉਹ ਬਿਨਾਂ ਕਿਸੇ ਪਕਸ਼ਪਾਤ ਤੋਂ, ਬਿਨਾਂ ਕਿਸੇ ਭੇਦ ਭਾਵ ਤੋਂ, ਕਿਉਂਕਿ ਜਾਤੀ ਦਾ ਭੇਦ ਹੁੰਦਾ ਹੈ, ਧਰਮ ਦਾ ਭੇਦ ਹੁੰਦਾ ਹੈ, ਕੌਮ ਦਾ, ਨਸਲ ਦਾ ਭੇਦ ਹੁੰਦਾ ਹੈ, ਸਮੇਂ ਦਾ, ਦੇਸ਼ ਕਾਲ ਵਸਤੂ ਦਾ ਵੀ ਭੇਦ ਹੁੰਦਾ ਹੈ। ਪਰ ਉਸ ਗੁਰੂ ਦੇ ਵਿੱਚ ਕੋਈ ਵਿਤਕਰਾ ਨਹੀਂ ਹੋਵੇਗਾ, ਕੋਈ ਭੇਦ ਭਾਵ ਨਹੀਂ ਹੋਵੇਗਾ ਤੇ ਸਭ ਨੂੰ ਸਾਂਝਾ ਉਪਦੇਸ਼ ਦ੍ਰਿੜ ਕਰਵਾਵੇਗਾ। ਕਲੀਆਂ ਵਾਲੇ ਪਾਤਸ਼ਾਹ ਨੇ ਜਦੋਂ ਇਹ ਸ਼ਬਦ ਆਖੇ ਤਾਂ ਸਾਰੇ ਸਿੰਘ ਹੈਰਾਨ ਹੋਏ। ਕਹਿਣ ਲੱਗੇ ਸੱਚੇ ਪਾਤਸ਼ਾਹ, ਇਹ ਤੇ ਅੱਜ ਤੁਸੀਂ ਕਮਾਲ ਦੇ ਬਚਨ ਕਰ ਰਹੇ ਹੋ। ਐਸਾ ਗੁਰੂ ਅੱਗੇ ਕਦੀ ਸੁਣਿਆ ਨਹੀਂ, ਕਦੀ ਵੇਖਿਆ ਨਹੀਂ, ਜਿਹਦੇ ਉੱਤੇ ਬੁਢੇਪਾ ਨਾ ਆਵੇ, ਮੌਤ ਨਾ ਆਵੇ, ਲਗਾਤਾਰ ਇੱਕ ਰਸ ਅਗਵਾਈ ਕਰੇ ਤੇ ਫਿਰ ਇੱਕ ਬਰਾਬਰ ਸਭ ਦੇ ਮਨ ਨੂੰ ਪਾਵੇ, ਬਿਨਾਂ ਕਿਸੇ ਭੇਦ ਭਾਵ ਤੋਂ ਸਭ ਨੂੰ ਸਾਂਝਾ ਉਪਦੇਸ਼ ਦੇਵੇ। ਐਸਾ ਗੁਰੂ ਹੈ ਕੌਣ? ਜਦੋਂ ਇਹ ਸਵਾਲ ਕੀਤਾ ਤਾਂ ਉਸ ਵੇਲੇ ਕਲੀਆਂ ਵਾਲੇ ਪਾਤਸ਼ਾਹ ਨੇ ਅੱਗੇ ਆਖਿਆ, ਇਮ ਕਹਿ ਸਤਿਗੁਰੂ ਜੀ। ਇਹ ਖਾਲਸੇ ਦੀਆਂ ਬੇਨਤੀਆਂ ਨੂੰ ਸੁਣ ਕੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਅੱਗੋਂ ਕੀ ਆਖਿਆ? ਇਮ ਕਹਿ ਸ੍ਰੀ ਗੁਰੂ ਗ੍ਰੰਥ ਕਾ ਪ੍ਰਕਾਸ਼ ਕਰਾਇਆ। ਇਹ ਬਚਨ ਕਹਿ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। ਮੈਂ ਬੇਨਤੀ ਕਰ ਦੇਵਾਂ, ਬਹੁਤੇ ਲੋਕ ਹੁਣ ਇਹ ਵੀ ਪ੍ਰਚਾਰ ਕਰਨ ਲੱਗ ਪਏ ਨੇ, ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨਹੀਂ,
ਸਾਡਾ ਗੁਰੂ ਗਿਆਨ ਹੈ, ਗ੍ਰੰਥ ਤੇ ਇੱਕ ਜ਼ਰੀਆ ਹੈ, ਪਰ ਇਹ ਗੱਲਾਂ ਧਿਆਨ ਦੇ ਨਾਲ ਸੋਚਣ ਵਾਲੀਆਂ ਨੇ। ਕਲੀਆਂ ਵਾਲੇ ਪਾਤਸ਼ਾਹ ਨੇ ਜੋ ਫੈਸਲਾ ਕੀਤਾ ਹੈ, ਇਮਕਾ ਸ਼੍ਰੀ ਗੁਰੂ ਗ੍ਰੰਥ ਕਾ ਪ੍ਰਕਾਸ਼ ਕਰਵਾਇਆ, ਉਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਨਾਲ ਵਰਤੇ ਨੇ। ਸ਼ਬਦ ਦੇ ਦੋ ਰੂਪ ਹੁੰਦੇ ਨੇ। ਸੱਚਖੰਡ ਵਾਸੀ ਪੰਥ ਰਤਨ ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਟਕਸਾਲ ਦੇ ਹੋਰ ਸਾਰੇ ਮਹਾਂਪੁਰਖ ਇਹ ਵਿਚਾਰ ਅਕਸਰ ਵਿਦਿਆਰਥੀਆਂ ਨੂੰ ਸਮਝਾਉਂਦੇ ਸਨ। ਸ਼ਬਦ ਦੇ ਦੋ ਰੂਪ ਹੁੰਦੇ ਨੇ। ਜਿਹੜਾ ਪਹਿਲਾ ਸ਼ਬਦ ਦਾ ਰੂਪ ਹੈ ਉਹ ਧੁਨ ਆਤਮਕ ਰੂਪ ਹੁੰਦਾ, ਧੁਨਾਤਮਕ। ਇੱਕ ਧੁਨੀ, ਇੱਕ ਸਾਊਂਡ, ਇੱਕ ਆਵਾਜ਼। ਜਦੋਂ ਸ਼ਬਦ ਪ੍ਰਗਟ ਹੁੰਦਾ ਹੈ ਉਹ ਕਿਸੇ ਦੇ ਮੁਖ ਰਾਹੀਂ ਪ੍ਰਗਟ ਹੁੰਦਾ। ਜਿਹੜਾ ਮੁਖ ਰਾਹੀਂ ਸ਼ਬਦ ਨਿਕਲਦਾ ਹੈ ਉਹ ਧੁਨਾਤਮਕ ਰੂਪ ਦੇ ਵਿੱਚ ਉਸ ਨੂੰ ਬਿਆਨ ਕੀਤਾ ਗਿਆ। ਦੂਸਰਾ ਸ਼ਬਦ ਦਾ ਰੂਪ ਹੈ ਵਰਣਾਤਮਕ ਰੂਪ। ਵਰਣਾਤਮਕ ਰੂਪ ਉਸ ਨੂੰ ਕਿਹਾ ਜਾਂਦਾ ਹੈ ਜਿਹੜੀ ਬਾਣੀ ਅੱਖਰਾਂ ਵਿੱਚ ਲਿਖੀ ਜਾਂਦੀ ਹੈ। ਧੰਨ ਸੋ ਕਾਗਦ ਕਲਮ ਧੰਨ, ਧੰਨ ਪਾਂਡਾ ਧੰਨ ਮਸ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਬਾਣੀ ਵਿੱਚ ਇੱਥੋਂ ਤੱਕ ਵੀ ਲਿਖਿਆ ਹੋਇਆ ਹੈ, ਤਰ ਤਾਰ ਅਪਵਿੱਤਰ ਕਰ ਜਾਨੀਆਂ ਰੇ ਕਰਤ ਵਿਚਾਰੰ। ਪਹਿਲੇ ਸਮੇਂ ਦੇ ਵਿੱਚ ਜਿਵੇਂ ਹੁਣ ਇਹ ਕਾਗਜ਼ ਤਿਆਰ ਹੋਇਆ ਹੈ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹਨਾਂ ਕਾਗਜ਼ਾਂ ਤੇ ਲਿਖੀ ਜਾਂਦੀ ਹੈ। ਪਹਿਲੇ ਪਹਿਲ ਇਹਨਾਂ ਵਧੀਆ ਕੁਆਲਿਟੀ ਵਿੱਚ ਕਾਗਜ਼ ਨਹੀਂ ਸੀ ਹੁੰਦਾ। ਬਹੁਤੇ ਲੋਕ ਤਾੜੀ ਦਾ ਬਿਰਸ਼ ਹੁੰਦਾ ਸੀ, ਤਾੜੀ ਦੇ ਬਿਰਸ਼ ਦੇ ਵਿੱਚੋਂ ਸ਼ਰਾਬ ਨਿਕਲਦੀ ਸੀ ਤੇ ਸ਼ਰਾਬ ਨੂੰ ਸਾਰੇ ਧਰਮਾਂ ਨੇ ਨਖਿੱਧ ਮੰਨਿਆ, ਅਪਵਿੱਤਰ ਮੰਨਿਆ। ਪਰ ਭਗਤ ਰਵਿਦਾਸ ਜੀ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਹੈ। ਉਹ ਕਹਿੰਦੇ ਨੇ ਤਰ ਤਾਰ ਅਪਵਿੱਤਰ ਕਰ ਮਾਨੀਆਂ ਰੇ ਜੈਸੀ ਕਾਗਰਾ ਕਰਤ ਵਿਚਾਰਨ। ਹੁਣ ਤਾੜੀ ਤੋਂ ਬਣੇ ਹੋਏ ਦਰਖਤ ਦੀਆਂ ਛਿੱਲਾਂ ਤੋਂ ਹੁਣ ਕਾਗਜ਼ ਤਿਆਰ ਹੋਇਆ ਹੋਇਆ, ਹੁਣ ਉਹਦੇ ਉੱਤੇ ਵਾਹਿਗੁਰੂ ਦਾ ਜਸ ਲਿਖਿਆ ਗਿਆ ਹੈ, ਸਤਿਗੁਰੂ ਦੀ ਬਾਣੀ ਲਿਖੀ ਗਈ ਹੈ। ਤਰ ਤਾਰ ਅਪਵਿੱਤਰ ਕਰ ਮਾਨੀਆਂ ਰੇ ਜੈਸੀ ਕਾਗਰਾ ਕਰਤ ਵਿਚਾਰੰ, ਭਗਤ ਭਾਗਉਤ ਲਿਖਿਆ ਤੇ ਉਪਰੇ ਪੂਜੀਐ ਕਰ ਨਮਸਕਾਰ। ਕਹਿੰਦੇ ਗੁਰੂ ਗਿਆਨ ਹੈ, ਗਿਆਨ ਨੂੰ ਸਮਝਣਾ ਚਾਹੀਦਾ, ਪੂਜਣ ਵਾਸਤੇ ਨਹੀਂ ਹੁੰਦਾ। ਇਹ ਵੀ ਪ੍ਰਚਾਰ ਹੋ ਰਿਹਾ, ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ। ਭੋਲੇ ਪਾਲੇ ਸਿੱਖ ਵਿਚਾਰੇ ਭਟਕ ਵੀ ਜਾਂਦੇ ਨੇ। ਪਰ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਭਗਤ ਭਾਗਉਤ ਲਿਖਿਆ ਤੇ ਉਪਰੇ ਪੂਜੀਆ ਕਰ ਨਮਸਕਾਰ। ਜਦੋਂ ਉਸ ਕਾਗਜ਼ ਦੇ ਉੱਤੇ ਭਾਵੇਂ ਉਹ ਅਪਵਿੱਤਰ ਮੰਨਿਆ, ਤਰ ਤਾਰ ਅਪਵਿੱਤਰ ਕਰ ਮਾਨੀਆਂ ਰੇ ਜੈਸੇ ਕਾਗਰਾ ਕਰਤ ਵਿਚਾਰੰ, ਭਗਤ ਭਾਗਉਤ ਲਿਖਿਆ ਤੇ ਉਪਰੇ। ਜਦੋਂ ਉਸ ਵਾਹਿਗੁਰੂ ਦੀ ਭਗਤੀ ਸਿਫਤ ਸਲਾਹ ਉਹਦੇ ਉੱਪਰ ਲਿਖੀ ਜਾਂਦੀ ਹੈ, ਪੂਜੀਆ ਕਰ ਨਮਸਕਾਰ, ਉਹਨੂੰ ਭਾਈ ਪੂਜਣਾ ਚਾਹੀਦਾ ਹੈ, ਨਮਸਕਾਰ ਕਰਨੀ ਚਾਹੀਦੀ ਹੈ। ਹੁਣ ਇੱਕ ਇਹ ਵੀ ਸਵਾਲ ਹੈ ਵੀ ਜੇ ਧੁਨਾਤਮਕ ਰੂਪ ਦੇ ਵਿੱਚ ਹੀ ਸ਼ਬਦ ਨੂੰ ਸੰਭਾਲ ਕੇ ਰੱਖਿਆ ਜਾਵੇ, ਇਹ ਗੱਲ ਨਾਮੁਮਕਿਨ ਹੈ। ਤੁਸੀਂ ਦੁਨੀਆ ਦੇ ਜਿੰਨੇ ਵੀ ਵੱਡੇ ਵੱਡੇ ਰਿਸ਼ੀ ਮੁਨੀ ਪੀਰ ਪੈਗੰਬਰ ਰਹਿਬਰ ਜਾਂ ਅਵਤਾਰ ਹੋਏ, ਜਿਹੜੀ ਉਹਨਾਂ ਨੇ ਸਿੱਖਿਆ ਜਾਂ ਉਪਦੇਸ਼ ਦਿੱਤਾ ਹੈ, ਉਹਨੂੰ ਸੁਣ ਸੁਣ ਕੇ ਯਾਦ ਰੱਖਣਾ ਨਾਮੁਮਕਿਨ ਹੈ। ਹੁਣ ਅਸੀਂ ਗੁਰਸਿੱਖ ਹਾਂ, ਹੁਣ 1430 ਪੰਨਿਆਂ ਵਿੱਚ ਬਾਣੀ ਆ, ਸਾਰੀ ਬਾਣੀ ਨੂੰ ਕੌਣ ਯਾਦ ਰੱਖ ਸਕਦਾ? ਕੋਈ ਹੈ ਤਰੀਕਾ ਕਿਸੇ ਕੋਲ? ਨਹੀਂ। ਹਾਂ, ਜਿਨ੍ਹਾਂ ਤੇ ਸਤਿਗੁਰੂ ਦੀ ਕਿਰਪਾ ਹੈ, ਕਈ ਐਸੇ ਮਹਾਂਪੁਰਖ ਗੁਰਮੁਖ ਪਿਆਰੇ ਵੀ ਹੋਏ ਨੇ ਵੀ ਜਿਨ੍ਹਾਂ ਨੇ ਸਤਿਗੁਰੂ ਦੀ ਬਹੁਤੀ ਬਾਣੀ ਨੂੰ
ਜ਼ੁਬਾਨੀ ਯਾਦ ਵੀ ਕੀਤਾ। ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਤਾਇਆ ਜੀ ਸਨ ਬਾਬਾ ਕਾਹਨ ਸਿੰਘ ਜੀ। ਉਹਨਾਂ ਨੇ ਕਾਨੜਾ ਰਾਗ ਤੱਕ ਇੱਕ ਓਂਕਾਰ ਤੋਂ ਲੈ ਕੇ ਕਾਨੜਾ ਰਾਗ ਤੱਕ ਸਾਰੀ ਬਾਣੀ ਜ਼ੁਬਾਨੀ ਯਾਦ ਕਰ ਲਈ। ਫਿਰ ਉੱਥੇ ਜਾ ਕੇ ਕੋਈ ਉਹਨਾਂ ਦੇ ਮਨ ਦੇ ਵਿੱਚ ਰੱਬ ਵੱਲੋਂ ਫੁਰਨਾ ਹੋਇਆ। ਕਹਿਣ ਲੱਗੇ, ਪਹਿਲਾਂ ਤੇ ਖਿਆਲ ਸੀ ਵੀ ਸਾਰੀ ਬਾਣੀ ਹੀ ਯਾਦ ਕਰੀਏ, ਪਰ ਫਿਰ ਮਨ ਦੇ ਵਿੱਚ ਫੁਰਨਾ ਉੱਠਿਆ, ਜੇ ਮੈਂ ਸਾਰੀ ਬਾਣੀ ਯਾਦ ਕਰ ਲਈ 1430 ਪੰਨਿਆਂ ਤੱਕ ਇੱਕ ਓਂਕਾਰ ਤੋਂ ਲੈ ਕੇ 18 10 20 ਤੱਕ, ਕਿਧਰੇ ਮਨ ਵਿੱਚ ਇਹ ਹੰਕਾਰ ਹੀ ਨਾ ਪੈਦਾ ਹੋ ਜਾਵੇ ਮੈਂ ਗੁਰੂ ਦਾ ਅੰਤ ਪਾ ਲਿਆ, ਮੈਂ ਸਾਰੀ ਬਾਣੀ ਯਾਦ ਕਰ ਲਈ। ਇਹ ਵੀ ਤੇ ਮਨੁੱਖ ਦੀ ਕਮਜ਼ੋਰੀ ਹੈ ਨਾ, ਵੀ ਇਹਦੇ ਮਨ ਵਿੱਚ ਹੰਕਾਰ ਹੋ ਜਾਂਦਾ। ਤੇ ਬਾਬਾ ਕਾਹਨ ਸਿੰਘ ਜੀ ਨੇ ਉਸੇ ਵੇਲੇ ਉੱਥੇ ਸਟਾਪ ਕਰ ਦਿੱਤਾ। ਉਹਨੇ ਅੱਗੇ ਯਾਦ ਕਰ ਸਕਦੇ ਸਨ, ਇੰਨੀ ਗੁਰੂ ਦੀ ਕਿਰਪਾ ਸੀ, ਪਰ ਉਹਨਾਂ ਨੇ ਕਾਨੜਾ ਰਾਗ ਤੱਕ ਹੀ ਬਾਣੀ ਜ਼ੁਬਾਨੀ ਯਾਦ ਕੀਤੀ। ਜਿੱਥੋਂ ਮਰਜ਼ੀ ਕੋਈ ਪੁੱਛ ਲਵੇ ਉੱਥੋਂ ਹੀ ਪੜ੍ਹ ਕੇ ਉਹ ਬਾਣੀ ਸੁਣਾ ਦਿੰਦੇ। ਸੱਚਖੰਡ ਵਾਸੀ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦੇ ਵੀ ਕਰੀਬ ਸਾਰੀ ਬਾਣੀ ਯਾਦ ਹੀ ਸੀ, ਕਿਉਂਕਿ ਰੋਜ਼ ਹਰ ਰੋਜ਼ ਉਹ 50 ਅੰਗ ਗੁਰੂ ਗ੍ਰੰਥ ਸਾਹਿਬ ਦੇ ਬਿਲਾ ਨਾਗਾ ਪਾਠ ਕਰਦੇ ਸਨ। ਲਗਾਤਾਰ ਬਾਣੀ ਪੜ੍ਹੀ ਜਾਓ ਪੜ੍ਹੀ ਜਾਓ ਪੜ੍ਹੀ ਜਾਓ, ਫਿਰ ਯਾਦ ਹੋ ਹੀ ਜਾਂਦੀ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ। ਮਹਾਂਪੁਰਖਾਂ ਦਾ ਬਾਣੀ ਨਾਲ ਇੰਨਾ ਡੂੰਘਾ ਪਿਆਰ ਸੀ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾ। ਉੱਠਦਿਆਂ ਬਹਿੰਦਿਆਂ ਸੁਤਿਆਂ ਵੀ ਉਹਨਾਂ ਦੀ ਰਸਨਾ ਤੋਂ ਬਾਣੀ ਉਚਾਰਨ ਹੁੰਦੀ ਰਹਿੰਦੀ ਸੀ। ਹੁਣ ਚਲੋ ਜਾਗਦਿਆਂ ਤੇ ਕਈ ਗੁਰਸਿੱਖ ਬਾਣੀ ਪੜ੍ਹ ਲੈਂਦੇ ਨੇ, ਚੰਗੀ ਗੱਲ ਹੈ, ਪਰ ਸੁਤਿਆਂ ਵੀ ਬਾਣੀ ਪੜ੍ਹੀ ਜਾਣੀ ਇਹ ਕੋਈ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਗੁਰੂ ਦੀ ਰਹਿਮਤ ਹੁੰਦੀ ਹੈ। ਮਹਾਂਪੁਰਖ ਸੁੱਤੇ ਪਏ ਵੀ ਬਾਣੀ ਪੜ੍ਹੀ ਜਾਂਦੇ ਸਨ, ਐਨ ਸ਼ੁੱਧ ਬਾਣੀ। ਮਜਾਲ ਹੈ ਕੋਈ ਅੱਖਰ ਲਗ ਮਾਤਰ ਵੱਧ ਘੱਟ ਪੜ੍ਹੀ ਜਾਵੇ, ਇਹ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਪਰ ਮੈਂ ਬੇਨਤੀ ਕਰਾਂ, ਇਹ ਜਿਹੜੀ ਧੁਨਾਤਮਕ ਰੂਪ ਹੈ ਨਾ ਬਾਣੀ ਦਾ, ਇਹਨੂੰ ਹਮੇਸ਼ਾ ਲਈ ਸੰਭਾਲ ਕੇ ਰੱਖਣਾ, ਅੱਗੇ ਤੋਂ ਅੱਗੇ ਬਾਣੀ ਪੂਰੀ ਯਾਦ ਰੱਖਣੀ ਹਰ ਸਿੱਖ ਦੇ ਵਾਸਤੇ ਨਾਮੁਮਕਿਨ ਸੀ। ਹੁਣ ਸਾਡੇ ਵਿੱਚ ਬਹੁਤੇ ਇਹੋ ਜਿਹੇ ਢਿੱਲੇ ਮੱਠੇ ਵੀ ਹਨ ਜਿਨ੍ਹਾਂ ਦੇ ਨਿਤਨੇਮ ਦੀਆਂ ਬਾਣੀਆਂ ਵੀ ਯਾਦ ਨਹੀਂ, ਕਈਆਂ ਦੇ ਜਪਜੀ ਸਾਹਿਬ ਵੀ ਯਾਦ ਨਹੀਂ ਹੋਣੇ। ਪਰ ਮਹਾਂਪੁਰਖ ਜਿਹੜਾ ਵਿਦਿਆਰਥੀ ਜਥੇ ਵਿੱਚ ਆਉਂਦਾ ਸੀ ਤੇ ਉਹਨੂੰ ਸਭ ਤੋਂ ਪਹਿਲਾਂ ਨਿਤਨੇਮ ਦੀ 5 ਗ੍ਰੰਥੀ ਦੀ ਸੰਥਿਆ ਕਰਵਾਉਂਦੇ ਸਨ, ਤੇ ਨਾਲ ਹੀ ਉਹਨੂੰ ਇਹ ਹਦਾਇਤ ਹੁੰਦੀ ਸੀ ਵੀ ਜਿੰਨਾ ਚਿਰ ਤੱਕ ਤੂੰ 5 ਗ੍ਰੰਥੀ 22 ਵਾਰਾਂ ਭਗਤ ਬਾਣੀ ਪੜ੍ਹਨੀ ਹੈ, ਸੰਥਿਆ ਕਰਨੀ ਹੈ, ਉਨੇ ਚਿਰ ਤੱਕ ਨਿਤਨੇਮ ਦੀਆਂ ਬਾਣੀਆਂ ਵੀ ਜ਼ੁਬਾਨੀ ਯਾਦ ਕਰਨੀਆਂ ਨੇ। ਤੇ ਕਰਦੇ ਵੀ ਸਨ ਸਾਰੇ ਵਿਦਿਆਰਥੀ। ਹੁਣ ਵੀ ਟਕਸਾਲ ਦੀ ਮਰਜ਼ਾਦਾ ਹੈ ਵੀ ਜਿਹੜਾ ਵਿਦਿਆਰਥੀ ਆਉਂਦਾ ਹੈ ਉਹਨੂੰ ਇਹ ਕਿਹਾ ਜਾਂਦਾ ਨਿਤਨੇਮ ਦੀਆਂ ਬਾਣੀਆਂ ਜ਼ੁਬਾਨੀ ਯਾਦ ਕਰੋ। ਇਹ ਗੱਲ ਵੱਖਰੀ ਹੈ, ਜੇ ਕਿਸੇ ਦੇ ਨਹੀਂ ਹੁੰਦੀਆਂ ਤੇ ਫਿਰ ਉਹ ਕੀ ਕਰ ਸਕਦਾ, ਪਰ ਮਰਜ਼ਾਦਾ ਅਸੂਲ ਇਹੀ ਸੀ। ਹੁਣ ਜਿਹੜੀ ਧੁਨਾਤਮਕ ਬਾਣੀ ਹੈ ਉਹਨੂੰ ਹਰ ਵੇਲੇ ਯਾਦ ਰੱਖਣਾ, ਪੜ੍ਹਨਾ, ਤੇ ਫਿਰ ਉਸ ਨੂੰ ਅਸੰਭਵ ਸੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ। ਜੇ ਬਾਣੀ ਦੀ ਬੀੜ ਉਹ ਨਾ ਲਿਖਵਾਉਂਦੇ, ਜਿਹਨੂੰ ਆਦ ਬੀੜ ਆਖਿਆ ਜਾਂਦਾ ਹੈ, ਆਦ ਬੀੜ ਤੋਂ ਪਹਿਲਾਂ ਪਹਿਲੀ ਬੀੜ, ਸਭ ਤੋਂ ਪ੍ਰਥਮ ਜਿਸ ਦੀ ਸਿਰਜਣਾ ਹੋਈ, ਤੇ ਫਿਰ ਉਹ ਕਰਤਾਰਪੁਰ ਸੋਢੀਆਂ ਪਾਸ ਚਲੀ ਗਈ ਤੇ ਉਹਨੂੰ ਕਰਤਾਰਪੁਰੀ ਬੀੜ ਵੀ ਸਿੱਖ ਆਖਣ ਲੱਗ ਪਏ। ਹੁਣ ਉਸ ਨੂੰ ਕਰਤਾਰਪੁਰੀ ਬੀੜ ਜਾਂ ਆਦ ਬੀੜ ਦੇ ਨਾਲ ਹੀ ਮੁਖਾਤਬ ਕੀਤਾ ਜਾਂਦਾ ਹੈ। ਉਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖਵਾਈ। ਉਹਦੇ ਲਿਖਵਾਉਣ ਦਾ ਕਾਰਨ ਕੀ ਸੀ?
ਜਦੋਂ ਆਪਾਂ ਉਸ ਦੇ ਕਾਰਨ ਵੱਲ ਜਾਂਦੇ ਹਾਂ, ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਜਿਹੜੇ ਗੁਰੂ ਮਹਾਰਾਜ ਦੇ ਰਬਾਬੀ ਸਨ ਔਰ ਉਹ ਗੁਰਬਾਣੀ ਦਾ ਕੀਰਤਨ ਕਰਦੇ ਸਨ। ਇੱਕ ਦਿਨ ਉਹਨਾਂ ਨੇ ਕੋਈ ਹੋਰ ਬਾਣੀ ਦਾ ਸ਼ਬਦ ਪੜ੍ਹ ਦਿੱਤਾ। ਇਹ ਗੱਲਾਂ ਇਤਿਹਾਸ ਵਿੱਚ ਅੰਕਿਤ ਨੇ। ਤੇ ਜਦੋਂ ਹੋਰ ਬਾਣੀ ਦਾ ਸ਼ਬਦ ਪੜ੍ਹਿਆ, ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੇ ਸਾਰੀ ਸ਼੍ਰੀ ਮੁਖ ਵਾਕ ਬਾਣੀ ਨੂੰ ਪੜ੍ਹਦੇ ਸਨ, ਉਹਨਾਂ ਦੀ ਯਾਦ ਵੀ ਸੀ, ਉਹਨਾਂ ਨੂੰ ਸਾਰਾ ਪਤਾ ਸੀ। ਉਹ ਹੈਰਾਨ ਹੋ ਗਏ। ਉਹਨਾਂ ਰਾਗੀ ਸਿੰਘਾਂ ਨੂੰ ਪੁੱਛਿਆ, ਬਈ ਤੁਸੀਂ ਇਹ ਕਿਹੜੀ ਬਾਣੀ ਦਾ ਸ਼ਬਦ ਪੜ੍ਹਿਆ? ਉਹ ਕਹਿਣ ਲੱਗੇ, ਤੇ ਸਾਨੂੰ ਵੀ ਨਹੀਂ ਪਤਾ, ਕੋਈ ਸਾਨੂੰ ਦੇ ਗਿਆ ਤੇ ਅਸੀਂ ਇਸ ਨੂੰ ਗਾਇਨ ਕਰ ਦਿੱਤਾ। ਗੁਰੂ ਅਰਜਨ ਦੇਵ ਮਹਾਰਾਜ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਇਹ ਬਾਣੀ, ਇਹ ਸ਼ਬਦ ਕਿਸ ਦਾ ਹੋ ਸਕਦਾ ਹੈ? ਇਹ ਸ਼੍ਰੀ ਮੁਖਵਾਕ ਬਾਣੀ ਤੇ ਹੈ ਨਹੀਂ, ਗੁਰੂ ਦਾ ਸ਼ਬਦ ਤੇ ਹੈ ਨਹੀਂ। ਫਿਰ ਪਤਾ ਲੱਗਿਆ ਵੀ ਜਿਹੜਾ ਪ੍ਰਿਥਵੀ ਦਾ ਪੁੱਤਰ ਮਿਹਰਬਾਨ ਸੀ, ਇਹ ਉਹਦੀ ਸ਼ਰਾਰਤ ਸੀ। ਜਦੋਂ ਉਸ ਨੂੰ ਪਤਾ ਲੱਗਿਆ ਵੀ ਗੁਰੂ ਅਰਜਨ ਦੇਵ ਮਹਾਰਾਜ ਬਾਣੀ ਉਚਾਰਨ ਕਰਦੇ ਨੇ, ਉਹਨਾਂ ਦੀ ਬਾਣੀ ਨੂੰ ਸੰਗਤਾਂ ਪੜ੍ਹਦੀਆਂ ਨੇ, ਸੁਣਦੀਆਂ ਨੇ, ਜੀਵਨ ਸਫਲ ਕਰਦੀਆਂ ਨੇ, ਤੇ ਉਹਨੇ ਵੀ ਰਚਨਾ ਕਰਨੀ ਸ਼ੁਰੂ ਕਰ ਦਿੱਤੀ, ਕਵਿਤਾ ਬਣਾਉਣੀ ਸ਼ੁਰੂ ਕਰ ਦਿੱਤੀ। ਤੇ ਕੁਝ ਲੋਕਾਂ ਨੂੰ ਕਹਿ ਕੇ, ਲਾਲਚ ਦੇ ਕੇ, ਤੁਸੀਂ ਮੇਰੀ ਬਾਣੀ ਵੀ ਪੜ੍ਹਿਆ ਕਰੋ। ਕਈ ਕਵਿਤਾ ਲੋਕ ਪੜ੍ਹਦੇ ਨੇ, ਤੇ ਇਸ ਤਰ੍ਹਾਂ ਉਹ ਕਵਿਤਾ ਤੁਕਬੰਦੀ ਕਰਕੇ ਆਪਣੀ ਬਾਣੀ, ਆਪਣੀ ਕਵਿਤਾ ਬਣਾ ਕੇ ਲਿਖ ਦੇਵੇ ਤੇ ਦੂਜਿਆਂ ਨੂੰ ਕਹੇ ਲੋ ਆਹ ਪੜ੍ਹਿਆ ਕਰੋ। ਉਸ ਤਰੀਕੇ ਦੇ ਨਾਲ ਉਹ ਜਿਹੜੀ ਕੱਚੀ ਬਾਣੀ ਸੀ ਉਹ ਵੀ ਸਿੱਖ ਪੜ੍ਹਨ ਲੱਗ ਪਏ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਮਨ ਦੇ ਵਿੱਚ ਖਿਆਲ ਆਇਆ, ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ, ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੇ ਪਾਸ ਬੁਲਾਇਆ ਤੇ ਕਹਿਣ ਲੱਗੇ, ਬਈ ਜੇ ਹੁਣ ਇਸੇ ਤਰ੍ਹਾਂ ਹੀ ਚੱਲਦਾ ਰਿਹਾ, ਜ਼ੁਬਾਨੀ ਕਲਾਮੀ ਬਾਣੀ ਸਿੱਖ ਪੜ੍ਹਦੇ ਰਹੇ, ਤੇ ਕਿਸੇ ਦੇ ਬਾਣੀ ਯਾਦ ਹੋਣੀ, ਕਿਸੇ ਦੇ ਨਹੀਂ ਹੋਣੀ, ਵਿਸਰ ਵੀ ਜਾਂਦੀ ਹੈ, ਤੇ ਫਿਰ ਕਿਧਰੇ ਐਸਾ ਨਾ ਹੋਵੇ ਜਿਹੜੀ ਧੁਰ ਕੀ ਬਾਣੀ ਹੈ ਇਹਦੇ ਵਿੱਚ ਮਿਲਗੋਬਾ ਹੋ ਜਾਵੇ। ਹੋ ਹੀ ਜਾਣਾ ਸੀ। ਇਸ ਵਾਸਤੇ ਜਿਹੜੀ ਸ਼੍ਰੀ ਮੁਖ ਵਾਕ ਬਾਣੀ ਹੈ, ਧੁਰ ਕੀ ਬਾਣੀ ਹੈ, ਉਹਨੂੰ ਅਲੱਗ ਕੀਤਾ ਜਾਵੇ। ਇਹ ਸਿਲਸਿਲਾ ਗੁਰੂ ਅਮਰਦਾਸ ਮਹਾਰਾਜ ਵੇਲੇ ਵੀ ਸ਼ੁਰੂ ਹੋ ਚੁੱਕਿਆ ਸੀ। ਜਿਹੜੇ ਹੋਰ ਦੇਹਧਾਰੀ ਗੁਰੂ ਸਨ ਤੇ ਉਹਨਾਂ ਨੇ ਵੀ ਆਪਣੀ ਬਾਣੀ ਰਚ ਕੇ ਤੇ ਉਹਦੇ ਵਿੱਚ ਜਾਣ ਬੁੱਝ ਕੇ ਨਾਮ ਨਾਨਕ ਪਾ ਦੇਣਾ, ਮੋਹਰ ਨਾਨਕ ਨਾਮ ਦੀ ਲਾ ਦੇਣੀ, ਤਾਂ ਕਿ ਸਿੱਖਾਂ ਨੂੰ ਭੁਲੇਖਾ ਪਾਉਣ ਵਾਸਤੇ, ਇਹਨਾਂ ਨੂੰ ਪਤਾ ਨਾ ਲੱਗ ਸਕੇ ਵੀ ਇਹ ਕਿਹਦੀ ਬਾਣੀ। ਇਹ ਸ਼ਰਾਰਤਾਂ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਤੋਂ ਆਰੰਭ ਹੋ ਗਈਆਂ ਸਨ। ਤੁਸੀਂ ਆਖੋਗੇ ਇਹਦਾ ਕੀ ਸਬੂਤ ਹੈ? ਆਨੰਦ ਸਾਹਿਬ ਬਾਣੀ ਆਪਾਂ ਸਾਰੇ ਪੜ੍ਹਦੇ ਹਾਂ, ਨਿਤਨੇਮ ਦੀ ਬਾਣੀ ਹੈ। ਆਨੰਦ ਸਾਹਿਬ ਬਾਣੀ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਸੰਬੰਧ ਵਿੱਚ 2 ਪੌੜੀਆਂ ਲਿਖੀਆਂ ਨੇ। ਇੱਕ ਤਾਂ ਸੱਚੀ ਬਾਣੀ, ਜਿਹਦੇ ਬਾਰੇ ਤੁਸੀਂ ਸੁਣਦੇ ਹੋ, ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰਨਾ। ਇਹ ਬਾਣੀਆਂ ਵਿੱਚੋਂ ਸ਼੍ਰੋਮਣੀ ਬਾਣੀ ਹੈ, ਇਹ ਸੱਚੀ ਬਾਣੀ ਹੈ। ਗੁਰਸਿੱਖੋ ਇਹਨੂੰ ਪੜ੍ਹਿਆ ਕਰੋ। ਤੇ ਗੁਰਸਿੱਖ ਉਹਨੂੰ ਪੜ੍ਹਦੇ ਸਨ, ਪਰ ਨਾਲ ਦੀ ਨਾਲ ਕੱਚੀ ਬਾਣੀ ਵੀ ਉਸ ਵੇਲੇ ਜਿਹੜੇ ਪਖੰਡੀਆਂ ਨੇ ਪ੍ਰਚਾਰ ਕਰ ਦਿੱਤੀ ਸੀ। ਤੇ ਸਤਿਗੁਰੂ ਮਹਾਰਾਜ ਨੂੰ ਇਹ ਗੱਲ ਉਸ ਵੇਲੇ ਵੀ ਸਿੱਖਾਂ ਨੂੰ ਕਹਿਣੀ ਪਈ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਇਹ ਪੰਕਤੀਆਂ ਧਿਆਨ ਨਾਲ ਸੁਣਨ ਵਾਲੀਆਂ ਨੇ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਵਖਾਣੀ। ਕਹਿਣ ਵਾਲੇ ਵੀ ਕੱਚੇ ਨੇ, ਸੁਣਨ ਵਾਲੇ ਵੀ ਕੱਚੇ ਨੇ, ਤੇ ਪੜ੍ਹਨ ਵਾਲੇ ਵੀ ਸਾਰੇ ਕੱਚੇ ਨੇ। ਜਿਹੜੇ ਕੱਚੀ ਬਾਣੀ ਪੜ੍ਹਨਗੇ ਉਹਨਾਂ ਦਾ ਕਦੇ ਅਟਲ ਵਿਸ਼ਵਾਸ, ਸੱਚਾ ਭਰੋਸਾ ਪੈਦਾ ਹੀ ਨਹੀਂ ਹੋ ਸਕਦਾ। ਇਹਨਾਂ ਪ੍ਰਮਾਣਾਂ ਤੋਂ
ਸਾਨੂੰ ਇਹ ਗੱਲ ਸਿੱਧ ਹੁੰਦੀ ਹੈ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਇਹ ਬਾਣੀ ਦੇ ਵਿੱਚ ਮਿਲਗੋਬਾ ਸ਼ੁਰੂ ਹੋ ਚੁੱਕਿਆ ਸੀ। ਇਹ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਬਹੁਤ ਵੱਡਾ ਪਰਉਪਕਾਰ ਹੈ ਕਿ ਉਹਨਾਂ ਨੇ ਉਸ ਬਾਣੀ ਨੂੰ, ਜਿਹੜੀ ਤੁਰਕੀ ਬਾਣੀ ਹੈ, ਸ਼੍ਰੀ ਮੁਖਵਾਕ ਬਾਣੀ ਹੈ, ਉਹਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਨਿਗਰਾਨੀ ਵਿੱਚ ਤੇ ਉਹਨੂੰ ਵਿਲੱਖਣ ਰੂਪ ਦੇ ਵਿੱਚ ਤੇ ਸੁਰੱਖਿਅਤ ਰੂਪ ਦੇ ਵਿੱਚ ਉਸ ਨੂੰ ਪ੍ਰਕਾਸ਼ਿਤ ਕੀਤਾ। ਤੇ ਜੇ ਐਸਾ ਸਤਿਗੁਰੂ ਨਾ ਕਰਦੇ ਤੇ ਫਿਰ ਤੇ ਸਾਨੂੰ ਸੱਚੀ ਤੇ ਕੱਚੀ ਬਾਣੀ ਦਾ ਨਿਰਣਾ ਕਰਨਾ ਹੀ ਔਖਾ ਹੋ ਜਾਣਾ ਸੀ। ਇਸ ਵਾਸਤੇ ਇਹ ਧੁਨਾਤਮਕ ਸ਼ਬਦ ਦੇ ਨਾਲ ਨਾਲ ਵਰਣਾਤਮਕ ਰੂਪ ਦੇਣਾ ਵੀ ਇਹ ਗੁਰੂ ਦਾ ਵੱਡਾ ਪਰਉਪਕਾਰ ਸੀ। ਹੁਣ ਗੁਰੂ ਕਲਗੀਧਰ ਪਾਤਸ਼ਾਹ ਦੀ ਤੁਸੀਂ ਇਤਿਹਾਸਕ ਵਾਰਤਾ ਸੁਣ ਰਹੇ ਹੋ। ਜਦੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਉਸ ਵੇਲੇ ਇਹ ਬਚਨ ਕਹੇ ਸਨ ਵੀ ਜਿਹੜਾ ਹੁਣ ਸਿੱਖਾਂ ਦਾ ਗੁਰੂ ਹੋਵੇਗਾ ਉਹਦੇ ਉੱਤੇ ਕਦੇ ਬੁਢੇਪਾ ਨਹੀਂ ਆਵੇਗਾ, ਕਦੀ ਮੌਤ ਨਹੀਂ ਆਵੇਗੀ, ਇੱਕ ਰਸ ਅਗਵਾਈ ਕਰੇਗਾ, ਇੱਕ ਸਮਾਨ ਸਭ ਦੇ ਮਨ ਨੂੰ ਭਾਵੇਗਾ, ਬਿਨਾਂ ਕਿਸੇ ਭੇਦ ਭਾਵ ਤੋਂ ਸਭ ਨੂੰ ਸਾਂਝਾ ਉਪਦੇਸ਼ ਦੇਵੇਗਾ। ਇਹ ਗੱਲਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਟੁਕਦੀਆਂ ਸਨ। ਜਿਹੜਾ ਸ਼ਬਦ ਹੈ ਨਾ, ਸ਼ਬਦ ਇਹ ਅਜਰ ਤੇ ਅਮਰ ਕਿਵੇਂ ਹੋ ਸਕਦਾ ਹੈ? ਜਦੋਂ ਆਪਾਂ ਇਹਦੇ ਬਾਰੇ ਵਿਚਾਰ ਕਰਾਂਗੇ, ਜਿਹੜਾ ਧੁਨਾਤਮਕ ਸ਼ਬਦ ਹੈ ਨਾ, ਇਹਦੇ ਬਾਰੇ ਵਿਗਿਆਨ ਨੇ ਵੀ ਮੰਨ ਲਿਆ। ਜਿਹੜਾ ਸ਼ਬਦ ਅਸੀਂ ਮੂੰਹੋਂ ਬੋਲਦੇ ਹਾਂ ਉਹ ਕਦੀ ਨਾਸ ਨਹੀਂ ਹੁੰਦਾ, ਉਹ ਆਕਾਸ਼ ਵਿੱਚ ਸਦੀਆਂ ਤੱਕ ਗੂੰਜਦਾ ਰਹਿੰਦਾ। ਇਸੇ ਲਈ ਹੁਣ ਯਤਨ ਵੀ ਹੋ ਰਹੇ ਨੇ, ਜਿਹੜੇ ਪਹਿਲਾਂ ਕੋਈ ਰਿਸ਼ੀ ਮੁਨੀ, ਕੋਈ ਧਾਰਮਿਕ ਰਹਿਬਰ ਹੋਏ ਨੇ, ਉਹਨਾਂ ਦੀ ਆਵਾਜ਼ ਨੂੰ ਕਿਸੇ ਤਰੀਕੇ ਦੇ ਨਾਲ ਕੈਚ ਕੀਤਾ ਜਾਵੇ, ਉਹਨੂੰ ਸੁਣਿਆ ਜਾਵੇ, ਉਹਨੂੰ ਸਮਝਿਆ ਜਾਵੇ, ਪਰ ਉਹ ਗੱਲ ਬਣੀ ਨਹੀਂ। ਯਤਨ ਜਾਰੀ ਨੇ। ਜਿਹੜਾ ਧੁਨਾਤਮਕ ਸ਼ਬਦ ਹੈ ਉਹ ਆਕਾਸ਼ ਦਾ ਗੁਣ ਹੈ ਤੇ ਆਕਾਸ਼ ਵਿੱਚ ਗੂੰਜਦਾ ਰਹਿੰਦਾ। ਇਸ ਲਈ ਅਜਰ ਅਮਰ ਇਹ ਧੁਨਾਤਮਕ ਸ਼ਬਦ ਦੇ ਸ਼ਬਦ ਲਾਗੂ ਹੁੰਦੇ ਨੇ। ਪਰ ਜੇ ਤੁਸੀਂ ਉਸੇ ਧੁਨਾਤਮਕ ਸ਼ਬਦ ਨੂੰ ਸੰਸਾਰਕ ਦ੍ਰਿਸ਼ਟੀਕੋਣ ਤੋਂ ਹਮੇਸ਼ਾ ਲਈ ਰੱਖਣਾ ਹੋਵੇ, ਸਿਵਾਏ ਵਰਣਾਤਮਕ ਦੇਣ ਤੋਂ ਹੋਰ ਕੋਈ ਦੂਜਾ ਤਰੀਕਾ ਵੀ ਨਹੀਂ ਹੈ। ਅੱਗੇ ਤੋਂ ਅੱਗੇ ਬਾਣੀ ਦੇ ਉਤਾਰੇ ਹੋਣੇ, ਬਾਣੀ ਲਿਖੀ ਜਾਣੀ, ਇਹ ਸੰਸਾਰਕ ਦ੍ਰਿਸ਼ਟੀਕੋਣ ਤੋਂ ਸ਼ਬਦ ਨੂੰ ਅਮਰ ਹੋਣ ਦਾ ਇਹ ਗੁਰੂ ਮਹਾਰਾਜ ਨੇ ਤਰੀਕਾ ਵਰਤਿਆ। ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਅੰਤਮ ਸਮੇਂ ਫਿਰ ਕੀ ਕੀਤਾ? एम कह श्री गुरु ग्रंथ का प्रकाश करायो, पैसे पंथ नलेर तारत अगर टकायो। इउं खालसे पंथ नूं सारी गल समझा के धन धन श्री गुरु ग्रंथ साहिब जी का प्रकाश करवाया ते नाल 5 पैसे ते नारियल ये गुरता की भेंट सी। धन धन श्री गुरु ग्रंथ साहिब जी के चरणों विच अर्पण कीते। पैसे पंच नलेर तत् सगर टकायो। अगे कवि जी लिखते ने, कर पर कर्मा गुरु जी अव बंधन की। कलियां वाले पातशाह ने धन धन श्री गुरु ग्रंथ साहिब जी नूं गुरता गद्दी अर्पण करके ते उस वेले परकर्मा भी कीतियां। कर परकर्मा गुरु जी, परकर्मा तो मुराद हुंदा है गुरु तो कुर्बान जाने, गुरु तो बलिहार नहीं जाने। कई प्रातन जिहड़े महापुरख सन ओह 3 परकर्मा करते सन। 3 ਉਹਦਾ ਕੀ ਭਾਵ ਹੁੰਦਾ ਸੀ? ਤਨ ਕਰਕੇ, ਮਨ ਕਰਕੇ, ਬਾਣੀ ਕਰਕੇ ਗੁਰੂ ਤੋਂ ਅਸੀਂ ਬਲਿਹਾਰ ਜਾਂਦੇ। 3 ਵਾਰੀ ਪ੍ਰਕਰਮਾਂ ਦਾ ਭਾਵ ਇਹ ਹੁੰਦਾ ਸੀ, ਤਨ, ਮਨ, ਤਨ ਗੁਰੂ ਨੂੰ ਅਰਪਣ ਕਰਦੀ ਹੈ। ਫਿਰ 5 ਪ੍ਰਕਰਮਾਂ ਵੀ ਕਈ ਪ੍ਰੇਮੀ ਕਰਨ ਲੱਗ ਪਏ। ਇਹ 5 ਪ੍ਰਕਰਮਾਂ ਤਾਂ ਆਰੰਭ ਹੋਈਆਂ। ਹੁਣ ਕਲੀਆਂ ਵਾਲੇ ਪਾਤਸ਼ਾਹ ਨੇ ਖਾਲਸੇ ਪੰਥ ਦੀ ਸਿਰਜਣਾ ਕੀਤੀ। 5 ਪਿਆਰੇ ਸਾਜੇ,
ਪੰਜ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਹੈ, ਪੰਜ ਕਕਾਰ ਦਿੱਤੇ, ਤੇ ਨਾਲ ਗੁਰੂ ਮਹਾਰਾਜ ਨੇ ਹੋਰ ਸਾਡੇ ਤੇ ਮਹਾਨ ਪਰਉਪਕਾਰ ਕੀਤੇ, ਪੰਜ ਤਖਤ ਬਖਸ਼ੇ। ਤੇ ਉਸ ਵੇਲੇ ਪੰਜ ਪ੍ਰਕਰਮਾਂ ਦੀ ਵੀ ਪਰੰਪਰਾ ਪੰਥ ਵਿੱਚ ਆਰੰਭ ਹੋ ਗਈ। ਹੁਣ ਮਹਾਂਪੁਰਖ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਉਹ 13 ਪ੍ਰਕਰਮਾਂ ਵੀ ਕਰਦੇ ਸੀ ਗੁਰੂ ਗ੍ਰੰਥ ਸਾਹਿਬ ਜੀ। ਇਹ ਤੇ ਪ੍ਰੇਮ ਹੈ, ਭਾਵਨਾ ਹੈ, ਜਿੰਨੀਆਂ ਮਰਜ਼ੀ ਕਰ ਸਕਦੇ ਹੋ, ਪਰ ਇਹ ਮਰਜ਼ਾਦਾ ਕਲੀਆਂ ਵਾਲੇ ਪਾਤਸ਼ਾਹ ਨੇ ਚਲਾਈ। ਇਤਿਹਾਸ ਗਵਾਹ ਹੈ, ਕਰ ਪ੍ਰਕਰਮਾ ਗੁਰੂ ਜੀ ਅਵ ਬੰਧਨ ਕੀਓ। ਕਲੀਆਂ ਵਾਲੇ ਪਾਤਸ਼ਾਹ ਨੇ ਪ੍ਰਕਰਮਾਂ ਕੀਤੀਆਂ ਤੇ ਉਤੇ ਗਿਣਤੀ ਨਹੀਂ ਲਿਖੀ, ਪਰ ਜੇ ਆਪਾਂ ਗਿਣਤੀ ਕਰੀਏ ਤੇ ਗੁਰੂ ਮਹਾਰਾਜ ਨੇ ਪੰਜ ਹੀ ਪ੍ਰਕਰਮਾਂ ਜ਼ਰੂਰ ਕੀਤੀਆਂ ਹੋਣਗੀਆਂ, ਕਿਉਂਕਿ ਖਾਲਸੇ ਵਿੱਚ ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਜ ਗਿਣਤੀ ਨੂੰ ਪ੍ਰਵਾਨ ਤੇ ਪ੍ਰਧਾਨ ਗਿਣਿਆ ਗਿਆ। ਕਰ ਪ੍ਰਕਰਮਾ ਗੁਰੂ ਜੀ ਅਵ ਬੰਧਨ ਕੀਓ। ਅਵਿ ਬੰਧਨ ਤੋਂ ਭਾਵ ਹੈ ਦਿਲੀ ਸ਼ਰਧਾ ਭਾਵਨਾ ਪਿਆਰ ਦੇ ਨਾਲ ਗੁਰੂ ਜਾਣ ਕੇ, 10 ਗੁਰੂਆਂ ਦੀ ਜੋਤ ਜਾਣ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤਾ। ਕਰ ਪ੍ਰਕਰਮਾ ਗੁਰੂ ਜੀ ਅਵ ਬੰਧਨ ਕੀਓ, ਗੁਰੂ ਰੂਪ ਥਾ ਪੂਜ ਕੇ ਸਭ ਤੈ ਪੁਜਵੀਓ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਰੂਪ ਥਾਪ ਕੇ ਪਹਿਲਾਂ ਆਪ ਕਲਗੀਆਂ ਵਾਲੇ ਪਾਤਸ਼ਾਹ ਨੇ ਉਸ ਨੂੰ ਪੂਜਿਆ, ਪ੍ਰਕਰਮਾਂ ਕੀਤੀਆਂ, ਭੇਟਾ ਦਿੱਤੀ, ਤੇ ਨਾਲ ਉਸ ਵੇਲੇ ਸਭ ਤੈ ਪੁਜਵੀਓ। ਸਾਰੇ ਪੰਥ ਨੂੰ ਵੀ ਹੁਕਮ ਕਰ ਦਿੱਤਾ। ਪੰਥ ਨੂੰ ਕੀ ਹੁਕਮ ਕੀਤਾ, ਹੁਣ ਉਹ ਦੋਹਰੇ ਆਪਾਂ ਅਰਦਾਸ ਤੋਂ ਬਾਅਦ ਪੜ੍ਹਦੇ ਹਾਂ। ਭਾਈ ਕੇਸਰ ਸਿੰਘ ਛਿੱਬਰ ਜਿਹੜੇ ਗੁਰੂ ਮਹਾਰਾਜ ਦੇ ਡੈਰੀ ਨਿਵੇਸ਼ ਸਨ, ਇਹ ਉਹਨਾਂ ਦੀ ਲਿਖਤ ਵਿੱਚ ਇਹ ਦੋਹਰੇ ਆਏ ਨੇ ਜਿਹੜੇ ਆਪਾਂ ਅਰਦਾਸ ਤੋਂ ਬਾਅਦ ਪੜ੍ਹਦੇ ਹਾਂ। ਪਰ ਉੱਥੇ 6 ਦੋਹਰੇ ਲਿਖੇ ਨੇ, ਕੋਈ 3 ਪੜ੍ਹਦਾ, ਕੋਈ 4 ਪੜ੍ਹਦਾ, ਕੋਈ 5 ਵੀ ਪੜ੍ਹਦਾ। ਸੋ ਰਹੋ ਵਿਚਾਰ। ਜਿਹੜੇ 2 ਦੋਹਰੇ ਨੇ ਉਹ ਉਸ ਵੇਲੇ ਸਮੇਂ ਦੀ ਨਜ਼ਾਕਤ ਨੂੰ ਮੁੱਖ ਰੱਖਦਿਆਂ ਹੋਇਆਂ ਕਲੀਆਂ ਵਾਲੇ ਪਾਤਸ਼ਾਹ ਨੇ ਉਚਾਰਨ ਕੀਤੇ, ਜੋ ਆਪਾਂ ਹਮੇਸ਼ਾ ਦੁਹਰਾਉਂਦੇ ਹਾਂ, ਅਰਦਾਸ ਤੋਂ ਬਾਅਦ ਪੜ੍ਹਦੇ ਹਾਂ। ਗੁਰੂ ਰੂਹ ਥਾ ਪੂਜ ਕੇ ਸਭ ਤੈ ਪੁਜਵੀਓ। ਉਸ ਵੇਲੇ ਕਲੀਆਂ ਵਾਲੇ ਪਾਤਸ਼ਾਹ ਨੇ ਇਹ ਬਚਨ ਕਹੇ, ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਆਗਿਆ ਪਈ ਅਕਾਲ ਕੀ, ਕਲੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ ਮੈਨੂੰ ਅਕਾਲ ਪੁਰਖ ਦੀ ਆਗਿਆ ਹੋਈ, ਜਿਹੜੀ ਗੁਰੂ ਮਹਾਰਾਜ ਦੀ ਆਪਣੀ ਬਾਣੀ ਹੈ ਬਚਿੱਤਰ ਨਾਟਕ, ਉਹਦੇ ਵਿੱਚ ਸਾਫ਼ ਲਿਖਿਆ ਹੈ, ਆਗਿਆ ਪਈ ਅਕਾਲ ਕੀ ਮੈਂ ਆਪਣਾ ਸੁਤ ਤੋਹਿ ਨਿਵਾਜਾ, ਪੰਥ ਪਰਚੁਰ ਕਰਬੇ ਕੋ ਸਾਜਾ। ਜਾਏ ਤਾਹ ਤੁਮ ਧਰਮ ਚਲਾਏ, ਕਬੋਧ ਕਾਰਨ ਤੇ ਲੋਕ ਹਟਾਏ। ਪੰਥ ਪਰਚੁਰ ਕਰਬੇ ਕੋ ਸਾਜਾ। ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ, ਤੇ ਨਾਲ ਆਖਿਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਣ ਸਾਰੇ ਸਿੱਖਾਂ ਨੂੰ ਮੇਰਾ ਆਖਰੀ ਇਹ ਆਦੇਸ਼ ਹੈ, ਇਹ ਹੁਕਮ ਹੈ, ਅੱਜ ਤੋਂ ਬਾਅਦ ਤੁਸੀਂ ਕਿਸੇ ਦੇਹਧਾਰੀ ਨੂੰ ਗੁਰੂ ਨਹੀਂ ਮੰਨਣਾ। ਸਭ ਸਿੱਖਣ ਕੋ ਹੁਕਮ ਹੈ, ਇਹ ਸਾਰੇ ਸਿੱਖਾਂ ਨੂੰ ਹੁਕਮ ਹੈ। ਜਿਹੜਾ ਸਭ ਸ਼ਬਦ ਵਰਤਿਆ ਹੈ ਨਾ, ਇਹ ਹਰ ਸਿੱਖ ਤੇ ਲਾਗੂ ਹੁੰਦਾ, ਚਾਹੇ ਉਹ ਅੰਮ੍ਰਿਤਧਾਰੀ ਹੈ, ਸਹਿਜਧਾਰੀ ਹੈ। ਰਹਿਤਨਾਮੇ ਵਿੱਚ ਪੁਰਾਤਨ ਸਮੇਂ ਵਿੱਚ 3 ਪ੍ਰਕਾਰ ਦੀਆਂ ਸਿੱਖਾਂ ਦੀਆਂ ਸ਼੍ਰੇਣੀਆਂ ਲਿਖੀਆਂ ਹੋਈਆਂ ਨੇ। 3 ਪ੍ਰਕਾਰ ਦੇ ਸਿੱਖ ਹੁੰਦੇ ਸਨ। ਇੱਕ ਅੰਮ੍ਰਿਤਧਾਰੀ ਤਿਆਰ ਬਰ ਤਿਆਰ, ਜਿਹੜੇ ਬਾਣੀ ਤੇ ਬਾਣੀ ਦੀ ਰਹਿਤ ਦੇ ਧਾਰਨੀ ਹੁੰਦੇ ਸਨ, ਤੇ ਦੂਸਰੇ ਸਹਿਜਧਾਰੀ ਸਨ। ਜਿਹੜੇ ਸਹਿਜਧਾਰੀ ਸਨ ਉਹ ਬਾਣੀ ਪੜ੍ਹਦੇ ਸੀ, ਸੇਵਾ ਕਰਦੇ ਸੀ, ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਵੀ ਰੱਖਦੇ ਸੀ, ਪਰ ਅੰਮ੍ਰਿਤ ਨਹੀਂ ਸੀ ਛਕਿਆ ਹੁੰਦਾ। ਕਿੱਸਾ ਧਾਰੀ ਵੀ ਸਨ, ਉਹਨਾਂ ਨੂੰ ਸਹਿਜਧਾਰੀ ਕਿਹਾ ਜਾਂਦਾ ਸੀ। ਸਹਿਲੰਗ ਸਿੱਖ ਉਹ ਸਨ ਵੀ ਜਿਹੜੇ ਹੋਰ ਗੁਰਸਿੱਖਾਂ ਦੀ ਸੰਗਤ ਕਰਕੇ ਹੋਰ ਧਰਮਾਂ ਦੇ ਗੁਰੂ ਘਰ ਦੇ ਨਾਲ ਜੁੜੇ ਹੋਏ ਸਨ, ਉਹਨਾਂ ਨੂੰ ਸਹਿਲੰਗ ਕਿਹਾ ਜਾਂਦਾ ਸੀ। ਜਿਨ੍ਹਾਂ ਵਿੱਚ ਕਈ ਹਿੰਦੂ ਪਰਿਵਾਰ ਵੀ, ਸਿੱਖ ਪਰਿਵਾਰ ਵੀ ਹੁਣ ਵੀ ਗੁਰੂ ਘਰਾਂ ਵਿੱਚ ਆਉਂਦੇ ਨੇ। ਉਹ
ਪਰ ਉਹਨਾਂ ਨੂੰ ਸਤਿਕਾਰ ਦੇਣਾ ਚਾਹੀਦਾ, ਦੁਰਕਾਰਨਾ ਨਹੀਂ ਚਾਹੀਦਾ। ਕੁਝ ਸਾਡੇ ਕੱਟੜ ਸਿੱਖ ਕਹਿੰਦੇ ਨੇ ਲੈ ਇਹਨਾਂ ਦਾ ਕੀ ਕੰਮ ਹੈ ਗੁਰੂ ਘਰ ਵਿੱਚ, ਇਹ ਕਿਉਂ ਆਉਂਦੇ ਨੇ? ਭਾਈ ਸਾਰਿਆਂ ਨੂੰ ਹੱਕ ਹੈ। ਅੰਮ੍ਰਿਤਧਾਰੀ, ਸਹਿਜਧਾਰੀ ਤੇ ਸਹਿਲੰਗ ਸਿੱਖ ਜਿਹੜੇ ਦੂਜੇ ਧਰਮਾਂ ਤੋਂ ਗੁਰੂ ਦੇ ਨਾਲ ਪਿਆਰ ਕਰਦੇ ਨੇ, ਚਾਹੇ ਹਿੰਦੂ ਨੇ ਚਾਹੇ ਮੁਸਲਮਾਨ ਨੇ। ਜਦੋਂ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਕਦੇ ਤੁਸੀਂ ਇਹ ਸੋਚਿਆ ਵੀ ਇਸ ਬਾਣੀ ਵਿੱਚ ਸਾਨੂੰ ਉਪਦੇਸ਼ ਸਤਿਗੁਰੂ ਮਹਾਰਾਜ ਨੇ ਕੀ ਦਿੱਤਾ ਹੈ? ਸਤਿਗੁਰੂ ਕਹਿੰਦੇ ਨੇ, ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰ ਹੈ। ਸਾਡਾ ਇੱਕੋ ਹੀ ਪਿਤਾ ਹੈ, ਅਕਾਲ ਪੁਰਖ ਵਾਹਿਗੁਰੂ। ਅਸੀਂ ਇੱਕੋ ਦੇ ਬੱਚੇ ਹਾਂ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਆਲਾ ਹੈ। ਚਾਹੇ ਕੋਈ ਰਾਮ ਰਾਮ ਬੋਲੀ ਜਾਂਦਾ ਤੇ ਚਾਹੇ ਕੋਈ ਖੁਦਾ ਅੱਲਾ ਦਾ ਨਾਮ ਲੈਂਦਾ ਹੈ ਤੇ ਇੱਕ ਆ ਨਾ। ਤੇ ਜਿਹੜਾ ਵੀ ਉਹਦਾ ਨਾਮ ਲੈਂਦਾ, ਸਤਿਗੁਰੂ ਕਹਿੰਦੇ ਨੇ, ਹਉ ਕੁਰਬਾਨੈ ਜਾਉ ਤਿਨਾ ਕਹਿ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ, ਹਉ ਸਦ ਕੁਰਬਾਨੈ ਜਾਉ। ਆਪੋ ਆਪਣੇ ਧਰਮ ਦੇ ਅਕੀਦੇ ਮੁਤਾਬਕ ਕੋਈ ਵੀ ਪਰਮੇਸ਼ਰ ਦਾ ਨਾਮ ਲੈਂਦਾ, ਗੁਰੂ ਮਹਾਰਾਜ ਨੇ ਉਹਦਾ ਸਤਿਕਾਰ ਕੀਤਾ ਤੇ ਸਾਰੇ ਨਾਵਾਂ ਦਾ ਵੀ ਗੁਰੂ ਮਹਾਰਾਜ ਨੇ ਸਤਿਕਾਰ ਕੀਤਾ। ਸਿਰ ਨਾਨਕ ਲੋਕਾਂ ਪਾਵ ਹੈ, ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ। ਸਤਿਗੁਰੂ ਕਹਿੰਦੇ ਜਿੰਨੇ ਤੇਰੇ ਨਾਮ ਨੇ ਵਾਹਿਗੁਰੂ, ਮੈਂ ਸਭ ਤੋਂ ਕੁਰਬਾਨ ਜਾਂਦਾ। ਹੁਣ ਦੱਸੋ ਕੋਈ ਵਿਤਕਰੇ ਵਾਲੀ ਗੱਲ ਰਹਿ ਗਈ? ਕੋਈ ਭੇਦ ਭਾਵ ਵਾਲੀ ਗੱਲ ਰਹਿ ਗਈ? ਇਸੇ ਵਾਸਤੇ ਹਰ ਗੁਰਸਿੱਖ ਨੂੰ ਅੱਜ ਆਪਣੇ ਅੰਦਰ ਝਾਤੀ ਮਾਰ ਕੇ ਦੇਖਣਾ ਚਾਹੀਦਾ ਵੀ ਮੈਂ ਜੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ ਹਾਂ, ਕਿ ਗੁਰੂ ਦੇ ਸਿਧਾਂਤ ਨੂੰ ਵੀ ਮੈਂ ਮੰਨਦਾ ਹਾਂ, ਗੁਰੂ ਦੀ ਆਗਿਆ ਨੂੰ ਵੀ ਮੰਨਦਾ ਹਾਂ, ਗੁਰੂ ਦੇ ਉਪਦੇਸ਼ ਨੂੰ ਵੀ ਮੰਨਦਾ ਹਾਂ। ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਹੀ ਕਾਫੀ ਸਮਝ ਲਿਆ। ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੈ ਤੇ ਚੰਗੀ ਗੱਲ ਹੈ, ਹਰ ਸਿੱਖ ਨੂੰ ਗੁਰੂ ਦਾ ਹੁਕਮ ਹੈ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ। ਇੱਥੇ ਇਹ ਵੀ ਵਿਚਾਰ ਮਹਾਂਪੁਰਖ ਵਿਦਵਾਨ ਦੱਸਦੇ ਸਨ ਵੀ ਕਲਗੀਆਂ ਵਾਲੇ ਪਾਤਸ਼ਾਹ ਨੇ ਹੁਕਮ ਸ਼ਬਦ ਦੀ ਤਾਮੀਲ ਕੀਤੀ ਹੈ। ਸਭ ਸਿੱਖਣ ਕੋ ਹੁਕਮ ਹੈ, ਹੁਕਮ ਸ਼ਬਦ ਦੀ ਤਾਮੀਲ ਕੀਤੀ ਹੈ। ਜਦੋਂ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਸਤਿਗੁਰੂ ਮਹਾਰਾਜ ਨੇ ਬੇਨਤੀ ਦੇ ਰੂਪ ਦੇ ਵਿੱਚ ਵੀ ਉਪਦੇਸ਼ ਦਿੱਤੇ ਨੇ, ਕਰੂੰ ਬੇਨੰਤੀ ਸੁਨੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਪਰ ਇੱਥੇ ਹੁਕਮ ਸ਼ਬਦ ਗੁਰੂ ਮਹਾਰਾਜ ਨੇ ਕਿਉਂ ਵਰਤਿਆ? ਬੇਨਤੀ ਵੀ ਕਰ ਸਕਦੇ ਸੀ, ਕੋਈ ਅਪੀਲ, ਦਲੀਲ, ਕੋਈ ਸੁਝਾਅ, ਸੁਜੈਸ਼ਨ ਵੀ ਦੇ ਸਕਦੇ ਸੀ। ਨਹੀਂ, ਇਹਦੇ ਪਿੱਛੇ ਇੱਕ ਬਹੁਤ ਡੂੰਘਾ ਰਾਜ ਹੈ, ਬੜਾ ਡੂੰਘਾ ਭੇਤ ਹੈ। ਹੁਣ ਕੋਈ ਬੇਨਤੀ ਕੀਤੀ ਜਾਵੇ, ਕੋਈ ਅਪੀਲ ਕੀਤੀ ਜਾਵੇ, ਕੋਈ ਸੁਝਾਅ, ਸੁਜੈਸ਼ਨ ਦਿੱਤਾ ਜਾਵੇ, ਉਹਨੂੰ ਮੰਨੇ ਚਾਹੇ ਕੋਈ ਨਾ ਮੰਨੇ, ਇਹ ਅਗਲੇ ਦੀ ਮਰਜ਼ੀ ਹੁੰਦੀ ਹੈ। ਪਰ ਜਿੱਥੇ ਹੁਕਮ ਦੀ ਗੱਲ ਆ ਜਾਂਦੀ ਹੈ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਵਿੱਚ ਜਿੱਥੇ ਹੁਕਮ ਦੀ ਗੱਲ ਆ ਜਾਂਦੀ ਹੈ, ਉੱਥੇ ਨਾਲ ਮੰਨਣ ਦੀ ਵੀ ਗੱਲ ਹੁੰਦੀ ਹੈ। ਬੇਨਤੀ, ਅਪੀਲ ਤੇ ਮੰਨਣ ਦੀ ਗੱਲ ਜ਼ਰੂਰੀ ਨਹੀਂ ਉੱਥੇ ਲਾਗੂ ਹੁੰਦੀ। ਕੋਈ ਮੰਨ ਲਵੇ, ਕੋਈ ਨਾ ਮੰਨੇ। ਪਰ ਜਿੱਥੇ ਹੁਕਮ ਦੀ ਗੱਲ ਹੈ, ਸਭ ਸਿੱਖਣ ਕੋ ਹੁਕਮ ਹੈ, ਉੱਥੇ ਮੰਨਣਾ ਹੀ ਪੈਂਦਾ। ਤੇ ਜਿਹੜਾ ਮੰਨ ਲੈਂਦਾ ਹੈ ਉਹ ਫਿਰ ਗੁਰੂ ਨੂੰ ਪ੍ਰਵਾਨ ਹੋ ਜਾਂਦਾ ਹੈ। ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਫਰਮਾਇਆ ਹੈ, ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ। ਹੁਕਮ ਮੰਨਿਆ ਹੋਵੇ ਪ੍ਰਵਾਨ। ਜਿਹੜਾ ਹੁਕਮ ਮੰਨਦਾ ਉਹ ਪ੍ਰਵਾਨ ਹੁੰਦਾ। ਹੁਕਮ ਮੰਨਿਆ ਹੋਵੇ ਪ੍ਰਵਾਨ। ਤਾਂ ਖਸਮਾਂ ਕਾ ਮਹਿਲ ਪਾਏ ਸੀ, ਖਸਮਾਂ ਭਾਵੈ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ। ਤਾਂ ਦਰਗਹਿ ਪੈਦਾ ਜਾਏ ਸੀ। ਹੁਕਮ ਮੰਨ ਕੇ ਹੀ ਪ੍ਰਵਾਨ ਹੋਇਆ ਜਾਂਦਾ। ਇਸੇ ਲਈ ਮਹਾਂਪੁਰਖ ਇਹ ਵੀ ਕਹਿੰਦੇ ਸਨ, ਭਾਈ ਗੁਰੂ ਨੂੰ ਗੁਰੂ ਹੀ ਨਾ ਮੰਨੋ, ਗੁਰੂ ਦੀ ਵੀ ਮੰਨੋ। ਇਹ ਨੁਕਤਾ ਖਾਸ ਸਾਡੇ
ਸਮਝਣ ਯੋਗ ਹੈ। ਗੁਰੂ ਨੂੰ ਗੁਰੂ ਹੀ ਨਾ ਮੰਨੋ, ਗੁਰੂ ਦੀ ਆਗਿਆ ਵੀ ਮੰਨੋ। ਸਤਿਗੁਰੂ ਦੇ ਹੁਕਮ ਨੇ ਜਿਨ੍ਹਾਂ ਦੀ ਵਿਚਾਰ ਕਰਨੀ ਬਣਦੀ ਹੈ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਸੇਵਕ ਸਿੱਖ ਪੂਜਨ ਸਭ ਆਵਹਿ, ਸਭ ਗਾਵਹਿ ਹਰ ਹਰ ਊਤਮ ਬਾਨੀ। ਗਾਵਿਆ ਸੁਣਿਆ ਤਿਨ ਕਾ ਹਰ ਥਾਈ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮ। ਜਿੰਨੇ ਵੀ ਸਿੱਖ ਸੇਵਕ ਹਾਂ ਆਪਾਂ, ਸਿੱਖ ਤੋਂ ਭਾਵ ਜਿਹੜੇ ਗੁਰੂ ਦੀ ਸਿੱਖਿਆ ਨੂੰ ਮੰਨਣ ਵਾਲੇ ਨੇ, ਤੇ ਸੇਵਕ ਜਿਹੜੇ ਸੇਵਾ ਕਰਦੇ ਨੇ। ਸੇਵਕ ਸਿੱਖ ਦੋਵੇਂ ਤਰ੍ਹਾਂ ਦੇ ਸਿੱਖ ਸੇਵਕ ਗੁਰੂ ਘਰ ਦੇ ਵਿੱਚ ਆਉਂਦੇ ਨੇ ਤੇ ਗੁਰੂ ਦੀ ਆ ਕੇ ਪੂਜਾ ਵੀ ਕਰਦੇ ਨੇ। ਆਪਾਂ ਸਾਰੇ ਗੁਰੂ ਮਹਾਰਾਜ ਨੂੰ ਨਮਸਕਾਰ ਕਰਦੇ ਹੀ ਹਾਂ। ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਪੰਥ। ਤੇ ਆਪਾਂ ਗੁਰੂ ਮਹਾਰਾਜ ਦੀ ਪੂਜਾ ਵੀ ਕਰਦੇ ਹਾਂ। ਪੂਜੀਆ ਕਰ ਨਮਸਕਾਰ। ਤੇ ਪਰ ਸਤਿਗੁਰੂ ਕਹਿੰਦੇ ਨੇ ਸਭ ਗਾਵਹਿ ਹਰ ਹਰ ਊਤਮ ਬਾਣੀ। ਸਤਿਗੁਰੂ ਦਾ ਹੁਕਮ ਇਹ ਵੀ ਮੰਨ ਲੈਂਦੇ ਆ, ਗਾਵੋ ਸੱਚੀ ਬਾਣੀ। ਇੱਥੇ ਬੈਠ ਕੇ ਰਾਗੀ ਸਿੰਘ ਕੀਰਤਨ ਕਰਦੇ ਨੇ, ਗ੍ਰੰਥੀ ਸਿੰਘ ਵੀ ਬਾਣੀ ਪੜ੍ਹਦੇ ਨੇ। ਅੰਮ੍ਰਿਤ ਵੇਲੇ ਨਿਤਨੇਮ ਹੁੰਦਾ ਹੈ। ਸ਼ਾਮ ਦੇ ਸਮੇਂ ਰਹਿਰਾਸ ਸਾਹਿਬ ਜੀ ਦੇ ਪਾਠ ਹੁੰਦੇ ਨੇ। ਕਈ ਪ੍ਰੇਮੀ ਕਈ ਨੇਮੀ ਉਸ ਸਮੇਂ ਆ ਕੇ ਵੀ ਨਾਲ ਬਾਣੀ ਪੜ੍ਹਦੇ ਨੇ। ਇਹ ਸਤਿਗੁਰੂ ਦਾ ਹੁਕਮ ਹੈ, ਚੰਗੀ ਗੱਲ ਹੈ। ਸਭ ਗਾਵਹਿ ਹਰ ਹਰ ਊਤਮ ਬਾਣੀ। ਪਰ ਅਗਲੀ ਗੱਲ ਵਿਚਾਰਨ ਯੋਗ ਹੈ। ਹਜ਼ੂਰ ਕਹਿੰਦੇ ਨੇ ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੇ। ਗਾਵਿਆ ਤੇ ਸੁਣਿਆ, ਰਾਗੀ ਸਿੰਘ ਕੀਰਤਨ ਕਰਦੇ ਨੇ, ਬਾਕੀ ਸੰਗਤਾਂ ਬੈਠ ਕੇ ਸੁਣਦੀਆਂ ਨੇ। ਦੋਹਾਂ ਨੂੰ ਸਾਂਝਾ ਸਤਿਗੁਰੂ ਦਾ ਉਪਦੇਸ਼ ਹੈ। ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮ। ਭਾਈ ਗਾਵਿਆ ਸੁਣਿਆ ਥਾਂ ਉਹਨਾਂ ਦਾ ਪੈਣਾ ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਸਤ ਸਤ ਕਰਕੇ ਮੰਨ ਲਿਆ। ਦੋ ਵਾਰੀ ਸ਼ਬਦ ਸਤਿਗੁਰੂ ਨੇ ਵਰਤਿਆ, ਸਤ ਸਤ ਕਰ ਮੰਨੇ। ਕਈ ਜਿਹੜੇ ਤਰਕਵਾਦੀ ਲੋਕ ਨੇ ਉਹ ਕਹਿੰਦੇ ਨੇ ਇੱਕੋ ਵਾਰੀ ਵੀ ਕਹਿ ਸਕਦੇ ਸੀ, ਜਿਨ ਸਤਿਗੁਰ ਕੀ ਆਗਿਆ ਸਤ ਕਰ ਮੰਨੇ। ਦੋ ਵਾਰੀ ਕਿਉਂ ਆਖਿਆ? ਇਹਦੇ ਪਿੱਛੇ ਵੀ ਇੱਕ ਕਾਰਨ ਹੈ। ਮਹਾਂਪੁਰਖੇ ਸੂਖਮ ਵਿਚਾਰਾਂ ਦੀ ਅੱਗੇ ਨਿਰਣਾ ਕਰਦੇ ਸਨ। ਉਹ ਕਹਿੰਦੇ ਨੇ ਸਾਡੇ ਵਿੱਚ ਦੋ ਤਰ੍ਹਾਂ ਦੇ ਸਿੱਖ ਸੇਵਕ ਨੇ, ਦੋ ਤਰ੍ਹਾਂ ਦੇ। ਇੱਕ ਤਾਂ ਤਨ ਕਰਕੇ ਗੁਰੂ ਦੀ ਆਗਿਆ ਮੰਨਦੇ ਨੇ, ਦੂਸਰੇ ਮਨ ਕਰਕੇ। ਤਨ ਤੇ ਮਨ। ਹੁਣ ਕਈਆਂ ਨੇ ਤੇ ਗੁਰੂ ਦਾ ਹੁਕਮ ਮੰਨਿਆ, ਨਿਸ਼ਾਨੇ ਸਿੱਖੀ ਪੰਜ ਹਰ ਪਸਤ ਕਾਫ, ਹਰਗਿਜ਼ ਨਾ ਬਾਸ਼ਦ ਅਸੀਂ ਪੰਜ ਮੁਆਫ, ਕੜਾ ਕਾਰ ਦੋ ਕਸ਼ ਕੰਗੇ ਬਿਦਾਂ, ਬਿਲਾ ਕੇਸ ਹੈ ਚਸ ਨੂੰ ਮਿਲੇ ਨਿਸ਼ਾਨ। ਇਹ ਜਿਹੜੇ ਸਿੱਖੀ ਦੇ ਪੰਜ ਕਕਾਰ ਨੇ, ਇਹਨਾਂ ਨੂੰ ਧਾਰਨ ਕਰਦੇ ਨੇ। ਤਨ ਕਰਕੇ ਗੁਰੂ ਦੀ ਆਗਿਆ ਨੂੰ ਮੰਨਦੇ ਨੇ, ਅੰਮ੍ਰਿਤ ਛਕ ਲੈਂਦੇ ਨੇ। ਤੇ ਮਨ ਕਰਕੇ ਗੁਰੂ ਦੀ ਆਗਿਆ ਕਿਵੇਂ ਮੰਨਣੀ ਹੈ? ਸਤਿਗੁਰੂ ਨੇ ਇਹ ਵੀ ਆਖਿਆ, ਗੁਰਸਿੱਖਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਤੇ ਫੇਰ ਤੂੰ ਨਿਤਨੇਮ ਵੀ ਕਰਨੀ, ਬਾਣੀ ਵੀ ਪੜ੍ਹਨੀ ਹੈ, ਮੂਲ ਮੰਤਰ ਦਾ ਅਭਿਆਸ ਵੀ ਕਰਨਾ ਹੈ, ਵਾਹਿਗੁਰੂ ਮੰਤਰ ਦਾ ਸਵਾਸ ਗ੍ਰਾਸ ਸਿਮਰਨ ਕਰਨਾ। ਇਹ ਹੈ ਮਨ ਕਰਕੇ ਗੁਰੂ ਦੀ ਆਗਿਆ ਮੰਨਣੀ। ਤਨ ਕਰਕੇ ਗੁਰੂ ਦਾ ਬਾਣਾ ਤੇ ਧਾਰਨ ਕਰ ਲਿਆ, ਪਰ ਮਨ ਕਰਕੇ ਗੁਰੂ ਦੀ ਬਾਣੀ ਨਾ ਪੜ੍ਹੀ, ਫਿਰ ਵੀ ਗੱਲ ਨਹੀਂ ਬਣਨੀ। ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨੇ। ਬਹੁਤੇ ਸਾਡੇ ਵਿੱਚ ਇਹੋ ਜਿਹੇ ਵੀ ਮਨਚਲੇ ਲੋਕ ਹੁੰਦੇ ਨੇ, ਕਹਿੰਦੇ ਨੇ ਮਨ ਹੀ ਸਾਫ਼ ਚਾਹੀਦਾ ਹੈ, ਬਾਹਰੋਂ ਅੰਮ੍ਰਿਤ ਛਕਣ ਦੀ ਇਹ ਦਿਖਾਵਾ ਕਰਨ ਦੀ ਕੀ ਲੋੜ ਹੈ? ਅੰਮ੍ਰਿਤ ਛਕਣ ਨੂੰ ਦਿਖਾਵਾ ਹੀ ਕਹਿੰਦੇ ਨੇ। ਅੰਮ੍ਰਿਤ ਛਕਣ ਦੀ ਦਿਖਾਵਾ ਕਰਨ ਦੀ ਕੀ ਲੋੜ ਹੈ? ਦਿਲ ਸਾਫ਼ ਚਾਹੀਦਾ ਹੈ। ਉਹ ਭਲਿਓ ਲੋਕੋ, ਜੇ ਇਹੀ ਗੱਲ ਹੁੰਦੀ ਜਿਹੜੀ ਤੁਸੀਂ ਆਖਦੇ ਹੋ ਵੀ ਦਿਲ ਸਾਫ਼ ਹੋਣਾ ਚਾਹੀਦਾ, ਉਹ ਦਿਲ ਗੱਲਾਂ ਦੇ ਨਾਲ ਤੇ ਸਾਫ਼ ਨਹੀਂ ਨਾ ਹੋ ਸਕਦਾ। ਸਾਡੇ ਅੰਦਰ ਮਨ ਨੂੰ ਪਤਾ ਕਿੰਨੀ ਮੈਲ ਲੱਗੀ ਹੋਈ ਹੈ।
जन्म जन्म की इस मन को मल लागी, काला हुआ स्याहो खनली तोती उजली ना होवी, जेसो तोवन पाओ। डॉक्टर भाई वीर सिंह जी ने लिखिया है, साडे मन की हालत कोले वर्गी है, कोला अंदरों ते बाहरों कालस नाल भरिया होया। कोई दावे नाले कह सकदा मेरा दिल साफ है, मेरे मन दे विच कदी कोई माड़ा फुरना नहीं उठदा, नहीं कह सकदा। ये ते साडे सिखां दे प्रथम गुरु धन धन श्री गुरु नानक देव महाराज तिलंग राज दे शब्द उचारण कीते, सब रोज गस्तम दर हवा कर देन बदी खिया। साडा ते दिन रात ही तमां दे विच लोभ लालच दे विच बुरे ख्यालां दे विच लंघदा, साडा दिल साफ किवें हो सकदा? ये कहण वालियां गल्लां ने, मन हरामी होज तां ढेर वाली गल नहीं जी। दिल साफ होना चाहिए, चलो तुहाडी गल मन लई भी दिल साफ होना चाहिए, पर जदों कलगीधर पातशाह ने 1699 की विसाखी नूं सिखां तो सिर मंगे सन, ते जिन्हां ने गुरु महाराज नूं सीस भेटा कीते वो सन 5 सिख, जिन्हां नूं 5 प्यारे आखिया गया। कि उन्हां दे दिल साफ नहीं सी? असी गुरु का बचन मनण लई तैयार नहीं ते कहने दिल साफ होना चाहिए। जे गुरु का बचन नहीं मन सकते तो दिल साफ कित्थों हो जाएगा? तो फिर कलगियां वाले पातशाह ने उन्हां 5 प्यारियां दे सामने हाथ जोड़ के बेनती की, हुण मैनू भी अमृत की दात बख्शो। वो कलगियां वाले पातशाह का दिल साफ नहीं सी। सोचो थोड़ा जा, कल नूं हथ मारो। इहो जिहियां गल्लां करन तो पहलां अपने अंदर झात मारो बई ये बहाने ना लाओ। जे नहीं मन मनदा वखरी गल है, गुरसिੱਖੀ दिखावा नहीं, ये जीवन जाच है। गुरु की बाणी ते बाणी की रहत धारण करन दा फल पता किन्ना है? सर्वलो ग्रंथ पढ़ के देखो। बाणा बाणी खंभ पछानो, सिंह गुरु का पंछी जानो। उड़ जाए गुरपुरी सदा है, जामै भेद न रंचक पै। ये बाणी ते बाणा 2 खंभ ने, गुरु का सिंह एक पंछी है। ते जिहदे कोले बाणी ते बाणा गुरु दा होवेगा ते ओ गुरपुरी नूं सचखंड नूं जावेगा। एक परदे नाल पंछी नहीं उड़ सकदा। इस वास्ते सब सिखण को हुक्म है, ये हुक्म मनना जरूरी है साडे लई। ते जे असीं गुरु नूं गुरु मनदे, गुरु दा हुक्म भी मनो ते तां ही गुरु महाराज दे दर प्रवान हो सकदी हां। सो समा दास दा संपूर्ण हो गया है। दासी थी अपने विचारां नूं सीमित करदा है। धन धन श्री गुरु ग्रंथ साहिब जी महाराज दा अज असीं गुरता गद्दी पुरब मना रहे हाँ, ते ओह तों आपां सिੱਖਿਆ लईए, ओहदी सिੱਖਿਆ नूं धारण करिए, ते इहदे नाल ही साडे जीवन की सफलता होनी है। सारियां संगतां नूं गुरु महाराज दे गुरगद्दी पुरब दी लख लख वधाई। होईयां भुल्लां चुकां लई खिमा, बुलाओ फतेह। वाहिगुरु जी का खालसा, वाहिगुरु जी की फतेह।